ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਜਿਹਨੂੰ ਅਸੀਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹਿੰਦੇ ਆ, ਇੱਕ ਬਹੁਤ ਹੀ ਮਹੱਤਵਪੂਰਨ ਸੰਸਥਾ ਹੈ। ਬਹੁਤ ਦੇਰ ਤੋਂ ਅਕਾਲੀ ਦਲ ਜਦੋਂ ਪੰਥਕ ਪਾਰਟੀ ਹੋਇਆ ਕਰਦੀ ਸੀ, ਪੰਜਾਬ ਦੇ ਹਿੱਤਾਂ ਦੀ ਗੱਲ ਕਰਿਆ ਕਰਦੀ ਸੀ, ਤੇ ਉਦੋਂ ਜਿਹੜਾ ਆਨੰਦਪੁਰ ਦਾ ਮਤਾ ਹੈ ਉਹਦੇ ਮੁਤਾਬਕ ਵੀ, ਤੇ ਬਾਅਦ ਵਿੱਚ ਜਦੋਂ ਮੋਰਚਾ ਧਰਮਯੁੱਧ ਮੋਰਚਾ ਲੱਗਦਾ ਤੇ ਉਹਦੇ ਵਿੱਚ ਇੱਕ ਵੱਡੀ ਮੰਗ ਸੀ ਕਿ ਆਲ ਇੰਡੀਆ ਸਿੱਖ ਗੁਰਦੁਆਰਾ ਬੋਰਡ ਬਣਾਇਆ ਜਾਵੇ। ਹਿੰਦੁਸਤਾਨ ਭਰ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਹਨ, ਜਿਹੜੇ ਇਤਿਹਾਸਕ ਗੁਰਦੁਆਰੇ ਨੇ, ਉਹਨਾਂ ਦੇ ਉੱਤੇ ਸਾਡੀ ਸਿੱਖਾਂ ਦੀ ਜਿਹੜੀ ਸਿਰਮੌਰ ਜਥੇਬੰਦੀ ਹੈ ਇਹਦਾ ਕੰਟਰੋਲ ਹੋਵੇ। ਹਰਿਆਣਾ ਸਟੇਟ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣ ਗਈ, ਇਸੇ ਤਰ੍ਹਾਂ ਹੀ ਦਿੱਲੀ ਦੀ ਗੁਰਦੁਆਰਾ ਕਮੇਟੀ ਵੱਖਰੀ ਹੈ, ਤੇ ਅਸੀਂ ਜਾਣਦੇ ਹਾਂ ਕਿ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਵਾਲੇ ਜਿਹੜੇ ਤਖਤ ਆ ਉਹਨਾਂ ਉੱਤੇ ਵੀ ਕੋਈ ਬਹੁਤਾ ਕੰਟਰੋਲ ਸ਼੍ਰੋਮਣੀ ਕਮੇਟੀ ਦਾ ਨਹੀਂ, ਹਾਲਾਂਕਿ ਉਹ ਦਖਲਅੰਦਾਜ਼ੀ ਕਰਦੇ ਰਹਿੰਦੇ ਆ, ਕਦੀ ਆਪਣਾ ਬੰਦਾ ਵਿੱਚ ਪਾ ਵੀ ਲੈਂਦੇ ਆ। ਕਿਸ ਤਰੀਕੇ ਨਾਲ ਜਦੋਂ ਅਕਾਲੀ ਦਲ ਸਾਰਾ ਢਾਂਚਾ ਭੰਗ ਕੀਤਾ ਗਿਆ ਤੇ ਕੁਝ ਇੱਕ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਜਿੰਦਾ ਕਿਵੇਂ ਰੱਖਿਆ ਗਿਆ, ਜਿਵੇਂ ਪ੍ਰਧਾਨ ਦਾ ਖੁਦ ਲਾਂਭੇ ਨਾ ਹੋਣਾ ਝੁੰਡਾ ਕਮੇਟੀ ਦੀ ਰਿਪੋਰਟ ਮੁਤਾਬਕ। ਜਿਹੜਾ ਕੀ ਕਹਿੰਦੇ ਨੇ SGPC ਹੈ, ਉਹ ਸਾਰੇ ਸਿੱਖਾਂ ਦੀ ਇੱਕ ਮਤਲਬ ਰਿਪਰੈਜ਼ੈਂਟੇਟਿਵ ਸੰਸਥਾ ਹੈ, ਉਹ ਜਿਹਨੂੰ ਅਸੀਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹਿੰਦੇ ਆ। ਉਹਦੇ ਉੱਤੇ ਇਸ ਤਰ੍ਹਾਂ ਇੱਕ ਅਧਿਕਾਰ ਹੋਣਾ ਇਹ ਚੰਗੀ ਗੱਲ ਨਹੀਂ ਹੈ, ਮਾੜੀ ਗੱਲ ਹੈ। ਇਹ ਅਕਾਲੀ ਦਲ ਉਹਨੂੰ ਆਪਣੀ ਪਰਪਸ ਵਾਸਤੇ ਵਰਤਦਾ ਹੈ। ਆਪਾਂ ਇਸੇ ਪਲੇਟਫਾਰਮ ਤੋਂ ਬਹੁਤ ਵਾਰੀ ਗੱਲ ਕਰਦੇ ਰਹੇ ਹਾਂ ਕਿ ਕੋਈ ਵੀ ਬੰਦਾ ਜਿਹੜਾ SGPC ਦਾ ਮੈਂਬਰ ਬਣਦਾ ਹੈ, ਉਹਨੂੰ ਕਿਸੇ ਵੀ ਹੋਰ ਪਾਰਟੀ ਦਾ ਮੈਂਬਰ ਬਣਨ ਤੋਂ ਜਾਂ ਉਹਨੂੰ ਮੰਨ ਲਓ ਇਲੈਕਸ਼ਨ ਕਿਸੇ ਪਾਰਟੀ ਦੇ ਲੜਨ ਤੋਂ ਉਹਨੂੰ ਮਨਾ ਕੀਤਾ ਜਾਣਾ ਚਾਹੀਦਾ। ਕੁਛ ਇੱਕ ਵਿਅਕਤੀ ਨੇ ਚਾਪਲੂਸ ਕਿਸਮ ਦੇ ਜਿਹੜੇ ਅਕਾਲੀ ਪੋਲਿਟਿਕਸ ਤੇ ਹਾਵੀ ਹੋਏ, ਜਿਨ੍ਹਾਂ ਚੋਂ ਸਿਕੰਦਰ ਸਿੰਘ ਮਲੂਕਾ ਦਾ ਆਪਾਂ ਨਾਂ ਲੈ ਸਕਦੇ ਹਾਂ, ਹਾਂਜੀ, ਬਲਟੋਏ ਵਾਲਾ ਜਿਹੜਾ ਆਪਣਾ ਵਿਰਸਾ ਸਿੰਘ ਬਲਟੋਆ ਵਰਗੇ ਲੋਕਾਂ ਨੂੰ ਕਹਿ ਸਕਦੇ ਹਾਂ, ਜਿਹੜੇ ਲੋਕਾਂ ਨੂੰ ਇਹਨਾਂ ਨੇ ਬਹੁਤ ਪਾਵਰਫੁਲ ਵਿਅਕਤੀ ਦੇ ਤੌਰ ਤੇ ਪੇਸ਼ ਕਰ ਦਿੱਤਾ। ਤੇ ਫਿਰ ਬੀਬੀ ਜੀ ਵੀ ਉਹ ਕਹਿੰਦੇ ਵੀ ਉਦੋਂ ਟੌੜਾ ਸਾਹਿਬ ਨੂੰ ਹਟਾਉਣਾ ਸੀ ਤੇ ਇਹਨਾਂ ਨੇ ਮੈਨੂੰ ਚੁੱਕ ਕੇ ਪ੍ਰਧਾਨ ਬਣਾਇਆ ਹੈ ਨਾ। ਪ੍ਰਧਾਨ ਬਣਨ ਤੇ ਵੀ ਉਹਨਾਂ ਨੇ ਦੇਖੋ ਤੁਸੀਂ ਉਦੋਂ ਆਪਣਾ ਨਾਨਕਸ਼ਾਹੀ ਕੈਲੰਡਰ ਉਹਨਾਂ ਨੇ ਲਾਗੂ ਕਰ ਦਿੱਤਾ ਸੀ ਬੜੇ ਧੜੱਲੇ ਨਾਲ, ਤੇ ਪੂਰਨ ਸਿੰਘ ਨੇ ਉਹਨਾਂ ਨੂੰ ਆਪਣਾ ਮਤਲਬ ਛੇਕਣ ਵਾਲੀ ਗੱਲ ਕਰ ਦਿੱਤੀ ਸੀ। ਉਹ ਕਹਿੰਦੇ ਮੈਂ ਉਦੋਂ ਵੀ ਕਿਹਾ ਵੀ ਠੀਕ ਹੈ, ਜੇ ਸੰਗਤ ਕਹਿੰਦੀ ਹੈ ਤਾਂ ਛੇਕ ਦਿਓ ਮੈਨੂੰ, ਪਰ ਸੰਗਤ ਨੇ ਉਹਨਾਂ ਨੂੰ ਸਪੋਰਟ ਕੀਤਾ ਬੀਬੀ ਜੀ ਨੂੰ। ਧੋਣ ਦੇ ਵਾਸਤੇ ਜਾਂ ਤੁਸੀਂ ਕਹਿ ਲਓ ਵੀ ਇਹਨੂੰ ਡੈਮੋਕ੍ਰੇਟਾਈਜ਼ ਕਰਨ ਦੇ ਵਾਸਤੇ ਇਲੈਕਸ਼ਨ ਲੜਨ ਲੈਣ ਦੇ ਵਿੱਚ ਕੋਈ ਹਰਜ ਨਹੀਂ ਹੈ, ਇਹ ਕਰ ਲੈਣਾ ਚਾਹੀਦਾ। ਵੀ ਮੇਰੀ ਇੰਨਾ ਹੀ ਕਸੂਰ ਹੈ, ਜੇ ਮੈਨੂੰ ਕਸੂਰ ਤਾਂ ਦੱਸਣ ਮੇਰਾ ਕਸੂਰ ਕੀ ਹੈ, ਮੈਂ ਕਿਹੜੀ ਪੰਥ ਅਕਾਲੀ ਦਲ ਦੇ ਖਿਲਾਫ ਕਿਹੜੀ ਕਾਰਵਾਈ ਕੀਤੀ ਹੈ। ਮੈਂ ਸਿਰਫ ਇੰਨਾ ਅਨਾਉਂਸ ਕੀਤਾ ਕਿ ਮੈਂ ਇਲੈਕਸ਼ਨ ਲੜਨੀ ਹੈ ਜੀ। ਹਾਜ਼ਰ ਹੋ ਗਏ ਹਰ ਹਫਤੇ ਦੀ ਤਰ੍ਹਾਂ ਡਾਕਟਰ ਗੁਰਨਾਮ ਕੌਰ ਸਿੱਖ ਸਕਾਲਰ ਨੇ ਜੀ, ਵਿਦਵਾਨ ਸਾਡੇ ਨਾਲ ਹੁੰਦੇ ਨੇ, ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ, ਕੁਝ ਧਰਮ ਦੀਆਂ, ਕੁਝ ਸਮਾਜ 'ਚ ਸਾਡੇ ਆਲੇ ਦੁਆਲੇ ਕੀ ਵਿਚਰ ਰਿਹਾ। ਅੱਜ ਜਿਹੜੀ ਖਬਰ ਦੇ ਉੱਤੇ ਅਸੀਂ ਚਰਚਾ ਕਰਨੀ ਹੈ, ਖਾਸ ਕਰਕੇ ਇੱਕ ਵੱਡੀ ਸਿੱਖ ਪੰਥ ਵਾਸਤੇ ਖਬਰ ਹੈ, ਉਹ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੱਕ ਜਿਹਨੂੰ ਅਸੀਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹਿੰਦੇ ਆ, ਇੱਕ ਬਹੁਤ ਹੀ ਮਹੱਤਵਪੂਰਨ ਸੰਸਥਾ ਹੈ। ਬਹੁਤ ਦੇਰ ਤੋਂ ਅਕਾਲੀ ਦਲ ਜਦੋਂ ਪੰਥਕ ਪਾਰਟੀ ਹੋਇਆ ਕਰਦੀ ਸੀ, ਪੰਜਾਬ ਦੇ ਹਿੱਤਾਂ ਦੀ ਗੱਲ ਕਰਿਆ ਕਰਦੀ ਸੀ, ਤੇ ਉਦੋਂ ਜਿਹੜਾ ਆਨੰਦਪੁਰ ਦਾ ਮਤਾ ਹੈ ਉਹਦੇ ਮੁਤਾਬਕ ਵੀ, ਤੇ ਬਾਅਦ ਵਿੱਚ ਜਦੋਂ ਮੋਰਚਾ ਧਰਮਯੁੱਧ ਮੋਰਚਾ ਲੱਗਦਾ ਤੇ ਉਹਦੇ ਵਿੱਚ ਇੱਕ ਵੱਡੀ ਮੰਗ ਸੀ ਕਿ ਆਲ ਇੰਡੀਆ ਸਿੱਖ ਗੁਰਦੁਆਰਾ ਬੋਰਡ ਬਣਾਇਆ ਜਾਵੇ। ਹਿੰਦੁਸਤਾਨ ਭਰ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਹਨ, ਜਿਹੜੇ ਇਤਿਹਾਸਕ ਗੁਰਦੁਆਰੇ ਨੇ, ਉਹਨਾਂ ਦੇ ਉੱਤੇ ਸਾਡੀ ਸਿੱਖਾਂ ਦੀ ਜਿਹੜੀ ਸਿਰਮੌਰ ਜਥੇਬੰਦੀ ਹੈ ਇਹਦਾ ਕੰਟਰੋਲ ਹੋਵੇ। ਉਹ ਮੰਗ ਤੇ ਜਦੋਂ ਪੰਥਕ ਪਾਰਟੀ ਨਾ ਰਹੀ, ਹੌਲੀ ਹੌਲੀ ਖੁਰ ਗਈ, ਪਰ ਨਾਲ ਦੀ ਨਾਲ ਸ਼੍ਰੋਮਣੀ ਕਮੇਟੀ ਨੂੰ ਵੀ ਖੋਰਾ ਲੱਗਣਾ ਸ਼ੁਰੂ ਹੋ ਗਿਆ। ਹਰਿਆਣੇ ਦਾ ਐਪੀਸੋਡ ਹੁਣੇ ਆਪਾਂ ਦੇਖਿਆ, ਕੋਟਾ ਵੱਲੋਂ ਡਿਸੀਜਨ ਹੋ ਰਿਹਾ ਕਿ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਸਾਰੇ ਜਿਹੜੀਆਂ ਸਟੇਟਾਂ ਨੇ ਉਹਨਾਂ ਦੇ ਗੁਰਦੁਆਰਿਆਂ ਤੇ ਕਾਬਜ਼ ਨਹੀਂ ਰਹਿ ਸਕਦੀ। ਹੁਣ ਹਰਿਆਣਾ ਸਟੇਟ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣ ਗਈ, ਇਸੇ ਤਰ੍ਹਾਂ ਹੀ ਦਿੱਲੀ ਦੀ ਗੁਰਦੁਆਰਾ ਕਮੇਟੀ ਵੱਖਰੀ ਹੈ, ਤੇ ਅਸੀਂ ਜਾਣਦੇ ਹਾਂ ਕਿ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਵਾਲੇ ਜਿਹੜੇ ਤਖਤ ਆ ਉਹਨਾਂ ਉੱਤੇ ਵੀ ਕੋਈ ਬਹੁਤਾ ਕੰਟਰੋਲ ਸ਼੍ਰੋਮਣੀ ਕਮੇਟੀ ਦਾ ਨਹੀਂ, ਹਾਲਾਂਕਿ ਉਹ ਦਖਲਅੰਦਾਜ਼ੀ ਕਰਦੇ ਰਹਿੰਦੇ ਆ, ਕਦੀ ਆਪਣਾ ਬੰਦਾ ਵਿੱਚ ਪਾ ਵੀ ਲੈਂਦੇ ਆ, ਪਰ ਓਵਰਆਲ ਇਹ ਜਿਹੜੇ ਕੰਟਰੋਲ ਆ ਉਹ ਇੱਕ ਕੇਂਦਰੀ ਧਿਰ ਕੋਲ ਨਹੀਂ ਆ ਸਕੇ।
ਹਾਲਾਤ ਹੁਣ ਇਹ ਬਣੇ ਪਏ ਆ ਕਿ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ, ਜਨਰਲ ਹਾਊਸ ਦੀਆਂ ਚੋਣਾਂ, ਉਹ ਨਹੀਂ ਹੋ ਸਕੀਆਂ ਔਰ ਲੰਬੇ ਸਮੇਂ ਤੋਂ ਉਹੀ ਵਿਅਕਤੀ ਜਿਹੜੇ ਆ ਉਹ ਇਸ ਤੇ ਕਾਬਜ਼ ਨੇ। ਔਰ ਹਰ ਵਾਰੀ ਇੱਕ ਨਵਾਂ ਟ੍ਰੈਂਡ ਸ਼ੁਰੂ ਹੋ ਗਿਆ ਜਦੋਂ ਦੇ ਬਾਦਲ ਪਰਿਵਾਰ ਜਿਹੜਾ ਹਾਵੀ ਹੋਇਆ ਸਿੱਖ ਪੰਥ ਦੀ ਲੀਡਰਸ਼ਿਪ ਵਿੱਚ, ਨਾ ਸਿਰਫ ਅਕਾਲੀ ਦਲ 'ਚ, ਸ਼੍ਰੋਮਣੀ ਕਮੇਟੀ ਨੂੰ ਇੱਕ ਪਾਰਟੀ ਦੇ ਵਿੰਗ ਵਜੋਂ ਵਰਤਣ ਦੀ ਇੱਕ ਪ੍ਰਥਾ ਸ਼ੁਰੂ ਹੋ ਗਈ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਸੇ ਸਮਿਆਂ ਦੇ ਵਿੱਚ ਜਿੱਦਾਂ 2 ਅਹੁਦੇ ਬਹੁਤ ਮਹੱਤਵਪੂਰਨ ਨੇ ਅਕਾਲੀ ਦਲ ਦੇ ਪ੍ਰਧਾਨ ਤੋਂ ਇਲਾਵਾ, 2 ਹੋਰ ਮਹੱਤਵਪੂਰਨ ਅਹੁਦੇ ਨੇ ਸਿੱਖ ਪੰਥ ਵਿੱਚ। ਇੱਕ ਹੈ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ, 5 ਤਖਤਾਂ ਦੇ ਜਥੇਦਾਰ ਸਰਵਉੱਚ ਜਥੇਦਾਰ ਨੇ ਔਰ ਅਕਾਲ ਤਖਤ ਦੇ ਜਥੇਦਾਰ ਜਿਹੜੇ ਉਹਨਾਂ ਨੂੰ ਅਸੀਂ ਸੁਪਰੀਮ ਪਾਵਰ ਮੰਨਦੇ ਹਾਂ ਸਾਡੇ ਸਿੱਖ ਧਰਮ ਦੇ ਵਿੱਚ। ਤੇ ਦੂਜਾ ਜਿਹੜੀ ਸਾਡੀ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਜਿਹੜੇ ਪ੍ਰੈਜ਼ੀਡੈਂਟ ਹੁੰਦੇ ਨੇ। ਲੰਬਾ ਸਮਾਂ ਸਰਦਾਰ ਗੁਰਚਰਨ ਸਿੰਘ ਟੌੜਾ ਇਸ ਸੰਸਥਾ ਦੇ ਸਰਵੋ ਸਰਵਾ ਰਹੇ, ਉਹਨਾਂ ਦਾ ਉੱਥੇ ਸਭ ਕੁਝ ਚੱਲਦਾ ਰਿਹਾ ਔਰ ਠੀਕ ਚੱਲਦਾ ਰਿਹਾ ਕਿਸੇ ਹੱਦ ਤੱਕ। ਕਿਹਾ ਤੇ ਜਾਂਦਾ ਹੈ ਕਿ ਉਹਨਾਂ ਨੇ ਵੀ ਆਪਣੇ ਲੋਕਾਂ ਨੂੰ ਕੁਝ ਫਾਇਦੇ ਪਹੁੰਚਾਏ ਹੋਣਗੇ, ਪਰ ਖੁਦ ਉਹ ਇੱਕ ਨਿਰਸ਼ਲ ਵਿਅਕਤੀ ਸਨ, ਇਮਾਨਦਾਰ ਵਿਅਕਤੀ ਸਨ, ਧੜੱਲੇਦਾਰ ਵਿਅਕਤੀ ਸਨ। ਉਹਨਾਂ ਦੀ ਗੱਲ ਸੁਣੀ ਜਾਂਦੀ ਸੀ। ਅਸੀਂ ਜਦੋਂ ਪੋਲਿਟਿਕਸ ਦੀ ਬਹੁਤੀ ਸਮਝ ਵੀ ਨਹੀਂ ਸੀ ਰੱਖਦੇ ਤੇ ਸੁਣਦੇ ਹੁੰਦੇ ਸੀ ਕਿ ਅਕਾਲੀ ਦਲ ਦੀ ਮਾਂ ਗੁਰਚਰਨ ਸਿੰਘ ਟੌੜਾ, ਨਾ ਕਿ ਕੋਈ ਹੋਰ। ਹੌਲੀ ਹੌਲੀ ਤਾਕਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਆਈ। ਕੁਝ ਸਮਾਂ ਉੱਥੇ ਵੀ ਠੀਕ ਠਾਕ ਰਿਹਾ, ਪਰ ਉਸ ਤੋਂ ਬਾਅਦ ਜਿਹੜੀ ਪਰਿਵਾਰਕ ਲਾਲਸਾ ਵੱਧਦੀ ਗਈ ਤੇ ਆਪਣੇ ਬੱਚਿਆਂ ਨੂੰ ਉਹ ਅਹੁਦੇ ਦਿਵਾਉਣ ਦੀ ਜਿਹੜੀ ਰੁਚੀ ਸ਼ੁਰੂ ਹੋ ਗਈ ਸਾਰੀਆਂ ਪਾਰਟੀਆਂ ਹਿੰਦੁਸਤਾਨ ਭਰ 'ਚ। ਅਕਾਲੀ ਦਲ ਵੀ ਉਹ ਤੋਂ ਬਚਿਆ ਨਹੀਂ ਰਿਹਾ। ਸੁਖਬੀਰ ਬਾਦਲ ਦੀ ਆਮਦ ਦੇ ਨਾਲ ਅਕਾਲੀ ਦਲ ਦੇ ਵਿੱਚ ਬਹੁਤ ਸਾਰੇ ਵੱਡੇ ਵਿਗਾੜ ਪੈਣੇ ਸ਼ੁਰੂ ਹੋ ਗਏ। ਪਹਿਲਾਂ ਤਾਂ ਉਹ ਆਪਣੇ ਪੰਥਕ ਮੁੱਦਿਆਂ ਤੋਂ ਥਿੜਕੇ, ਫਿਰ ਪੰਥਕ ਪਾਰਟੀ ਹੋਣ ਤੋਂ ਹੀ ਥਿੜਕੇ ਤੇ ਹੌਲੀ ਹੌਲੀ ਉਹਨਾਂ ਨੇ ਪਾਰਟੀ ਨੂੰ ਕਮਰਸ਼ੀਅਲ ਲੀਹਾਂ ਤੇ, ਜਾਂ ਇੰਜ ਕਹਿ ਲਓ ਕਿ ਇੱਕ ਵਪਾਰਕ ਕੰਪਨੀ ਦੀ ਤਰਜ਼ ਤੇ ਚਲਾਉਣਾ ਸ਼ੁਰੂ ਕਰ ਦਿੱਤਾ। ਖਾਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਤੇ ਅਕਾਲ ਤਖਤ ਨੂੰ ਇਹਨਾਂ ਕਾਰਵਾਈਆਂ ਨਾਲ ਬਹੁਤ ਵੱਡਾ ਨੁਕਸਾਨ ਪਹੁੰਚਿਆ। ਅਕਾਲ ਤਖਤ ਦੇ ਜਿੰਨੇ ਜਥੇਦਾਰ ਸਾਹਿਬ ਆਏ ਉਹ ਵੀ ਜਿਹੜੇ ਬਾਦਲ ਪਰਿਵਾਰ ਦੀ ਮਰਜ਼ੀ ਦੇ ਨਾਲ ਹੀ ਬਣੇ ਔਰ ਕਈ ਵਾਰ ਨਹੀਂ, ਬਹੁਤ ਵਾਰ ਉਹਨਾਂ ਨੂੰ ਐਕਟਿੰਗ ਜਿਹੜੇ ਆ ਜਥੇਦਾਰ ਸਾਹਿਬ ਲਾ ਦਿੱਤਾ ਜਾਂਦਾ। ਉਹਨਾਂ ਨੂੰ ਉਹ ਤਾਕਤਾਂ ਦਿੱਤੀਆਂ ਨਹੀਂ ਜਾਂਦੀਆਂ ਕਿ ਜਦੋਂ ਉਹ ਥੋੜੀ ਜਿਹੀ ਅੱਖ ਦਿਖਾਉਣ ਲੱਗਦੇ ਆ, ਉਹ ਆਪਣੀ ਅਥਾਰਟੀ ਦਾ ਇਸਤੇਮਾਲ ਕਰਨ ਲੱਗਦੇ ਆ, ਉਹਨਾਂ ਨੂੰ ਲਾਂਭੇ ਕਰ ਦਿੱਤਾ ਜਾਂਦਾ। ਉਹਨਾਂ ਕੋਲੋਂ ਜਾਇਜ਼ ਨਜਾਇਜ਼ ਫੈਸਲੇ ਕਰਵਾ ਕੇ ਜਿਹੜਾ ਵਕਾਰ ਸੀ ਇੱਕ ਅਕਾਲ ਤਖਤ ਦਾ, ਉਹਨੂੰ ਮਲੀਆ ਮੇਟ ਲਗਭਗ ਕਰਤਾ। ਹੁਣ ਹਾਲਾਤ ਇਹ ਬਣੇ ਪਏ ਨੇ ਕਿ ਜਥੇਦਾਰ ਅਕਾਲ ਤਖਤ ਕੋਈ ਗੱਲ ਕਰਦੇ ਤੇ ਉਸੇ ਵੇਲੇ ਉਹਨਾਂ ਤੇ ਕਿੰਤੂ ਹੋਣਾ ਸ਼ੁਰੂ ਹੋ ਜਾਂਦਾ। ਇਹੋ ਹੀ ਹਾਲ ਸ਼੍ਰੋਮਣੀ ਕਮੇਟੀ ਦਾ ਹੋਇਆ। ਲੰਬਾ ਸਮਾਂ ਇੱਕ ਗੱਲ ਮਸ਼ਹੂਰ ਹੋ ਗਈ ਕਿ ਬਾਦਲਾਂ ਦੀ ਜੇਬ ਚੋਂ, ਉਹਨਾਂ ਦੇ ਲਿਫਾਫੇ ਚੋਂ ਪ੍ਰਧਾਨ ਨਿਕਲਦਾ, ਤੇ ਇਸੇ ਤਰ੍ਹਾਂ 4 ਵਾਰੀ ਬੀਬੀ ਜਗੀਰ ਕੌਰ ਵੀ ਲਿਫਾਫੇ ਚੋਂ ਨਿਕਲ ਕੇ ਪ੍ਰਧਾਨ ਬੰਦੇ ਸੀ। ਪਰ ਪਿਛਲੇ ਕੁਝ ਸਮੇਂ ਤੋਂ ਕਨਸੋਆਂ ਆ ਰਹੀਆਂ ਸਨ ਕਿ ਅਕਾਲੀ ਦਲ ਦੇ ਵਿੱਚ ਬੀਬੀ ਜਗੀਰ ਕੌਰ ਦੇ ਨਾਲ ਠੀਕ ਨਹੀਂ ਚੱਲ ਰਿਹਾ। ਖਾਸ ਕਰਕੇ ਆਪਾਂ ਦੇਖਿਆ ਜਦੋਂ ਗੁਰੂ ਨਾਨਕ ਸਾਹਿਬ ਦਾ 550ਵਾਂ ਮਨਾ ਰਹੇ ਸੀਗੇ ਤੇ ਗੋਇੰਦਵਾਲ ਸਾਹਿਬ ਵਿੱਚ ਇੱਕ ਚਰਚਾ ਹੋਈ ਸੀ ਕਿਸੇ ਤਖਤੀ ਦੀ ਜਿਹੜੀ ਬਦਲ ਦਿੱਤੀ ਗਈ ਸੀ ਔਰ ਉਦੋਂ ਤੋਂ ਇਹ ਗੱਲ ਚੱਲ ਰਹੀ ਹੈ ਕਿ ਹਰਸਿਮਰਤ ਕੌਰ ਬਾਦਲ ਦੇ ਨਾਲ ਉਹਨਾਂ ਦੀ ਬਹੁਤੀ ਬਣਦੀ ਨਹੀਂ। ਸੋ ਇਹ ਧੁਖਦੀ ਗੱਲ ਅੱਗੇ ਤੱਕ ਪਹੁੰਚੀ ਤੇ ਹੁਣ ਬੀਬੀ ਜਗੀਰ ਕੌਰ ਨੇ ਥੋੜੇ ਜਿਹੇ ਬਾਗੀ ਤੇਵਰ ਜਿਹੜੇ ਉਹ ਦਿਖਾਉਣੇ ਸ਼ੁਰੂ ਕੀਤੇ। ਪਿਛਲੇ ਦਿਨੀ ਉਹਨਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਸ਼੍ਰੋਮਣੀ ਕਮੇਟੀ ਦੇ ਮੁੜ ਪ੍ਰਧਾਨ ਬਣਨ ਦੀ ਇੱਛਾ ਪ੍ਰਗਟ ਕੀਤੀ। ਪਰ ਇਦਾਂ ਲੱਗਦਾ ਹੈ ਕਿ ਧਾਮੀ ਸਾਹਿਬ ਨੂੰ ਅਕਾਲੀ ਦਲ ਨੇ ਤੈਅ ਕੀਤਾ ਕਿ ਅਗਲੀ ਵਾਰ ਵੀ ਪ੍ਰਧਾਨ ਬਣਾਉਣਾ। ਉਹ ਚੰਗੇ ਬੰਦੇ ਨੇ, ਵਕੀਲ ਨੇ, ਸਮਝਦਾਰ ਨੇ, ਪਰ ਜਿਹੜੇ ਮੈਂਬਰ ਨੇ ਉਹਨਾਂ ਦੀ ਰਾਏ ਦੀ ਕੋਈ ਕਦਰ ਨਹੀਂ ਕੀਤੀ ਜਾਂਦੀ ਔਰ ਜੋ ਕੁਝ ਹੈ ਪ੍ਰਧਾਨ ਦੀ ਮਰਜ਼ੀ ਨਾਲ ਹੀ ਥੋਪ ਦਿੱਤਾ ਜਾਂਦਾ। ਸੋ ਬੀਬੀ ਜਗੀਰ ਕੌਰ ਦੇ ਤੇਵਰ ਥੋੜੇ ਗਰਮ ਹੋਏ। ਉਹਨਾਂ ਕਿਹਾ ਕਿ ਮੈਂ ਹੁਣ ਲਿਫਾਫਾ ਕਲਚਰ ਦਾ ਹਿੱਸਾ ਨਹੀਂ ਬਣਾਂਗੀ। ਦੇਖਦੇ ਆ ਕੀ ਹੁੰਦਾ। ਪਰ ਹੁਣ ਕਿਤੇ ਨਾ ਕਿਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਉਹਦੀ ਜਿਹੜੀ ਡਿਸਪਲਿਨਰੀ ਕਮੇਟੀ ਆ ਉਹਦੇ ਬਣਾਏ ਹੋਏ ਚੇਅਰਮੈਨ ਨੇ ਮਲੂਕਾ ਸਾਹਿਬ, ਡਾਕਟਰ ਸਾਹਿਬ ਕੋਲ ਕੁਝ ਗੱਲਾਂ ਜਾਣਾਂਗੇ ਅੱਗੇ ਚੱਲ ਕੇ ਕਿ ਕਿਸ ਤਰੀਕੇ ਨਾਲ ਜਦੋਂ ਅਕਾਲੀ ਦਲ ਸਾਰਾ ਢਾਂਚਾ ਭੰਗ ਕੀਤਾ ਗਿਆ ਤੇ ਕੁਝ ਇੱਕ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਜਿੰਦਾ ਕਿਵੇਂ ਰੱਖਿਆ ਗਿਆ। ਜਿਵੇਂ ਪ੍ਰਧਾਨ ਦਾ ਖੁਦ ਲਾਂਭੇ ਨਾ ਹੋਣਾ ਝੁੰਡਾ ਕਮੇਟੀ ਦੀ ਰਿਪੋਰਟ ਮੁਤਾਬਕ, ਤੇ ਇਸੇ ਤਰ੍ਹਾਂ ਹੀ ਜਿਹੜੀ ਡਿਸਪਲਿਨਰੀ ਕਮੇਟੀ ਬਣਾਈ ਹੋਈ ਆ ਉਹ ਕਿਸ ਤਰ੍ਹਾਂ ਹੋਣ ਚ ਰਹਿ ਸਕਦੀ ਹੈ। ਸਾਰੀਆਂ ਚੀਜ਼ਾਂ ਡਾਕਟਰ ਸਾਹਿਬ ਕੋਲ ਜਾਣਦੇ ਆ। 9 ਤਰੀਕ ਨੂੰ ਇਲੈਕਸ਼ਨ ਹੋਣ ਜਾ ਰਹੀ ਆ
ਤੇ ਬੀਬੀ ਜਗੀਰ ਕੌਰ ਦੇ ਉੱਤੇ ਉਹਨਾਂ ਨੇ ਇੱਕ ਡਿਸਪਲਿਨਰੀ ਐਕਸ਼ਨ ਲਿਆ। ਮਲੂਕਾ ਸਾਹਿਬ ਦੀ ਸਟੇਟਮੈਂਟ ਆਈ ਆ, ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਨਾਲ ਉਹਨਾਂ ਨੂੰ ਕਿਹਾ ਗਿਆ ਕਿ ਉਹ ਮੀਡੀਆ ਵਿੱਚ ਆ ਕੇ ਬਿਆਨ ਦੇਣ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਨਹੀਂ ਲੜਨਗੇ। ਸੋ ਆਪਾਂ ਇਹਨਾਂ ਗੱਲਾਂ ਤੇ ਗੱਲਾਂ ਬਾਤਾਂ ਕਰਦੇ ਹਾਂ। ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ ਤੇ ਡਾਕਟਰ ਸਾਹਿਬ ਤੁਹਾਡਾ ਵੀ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਭੂਮਿਕਾ ਜਿਵੇਂ ਲਗਭਗ ਸਾਰੀਆਂ ਗੱਲਾਂ ਹਾਂਜੀ ਸਾਂਝੀ ਗੱਲਾਂ ਕਰਤੀਆਂ। ਮੈਂ ਇਹਦੇ ਨਾਲ ਇੱਕ ਹੋਰ ਤੱਥ ਜੋੜਨਾ ਚਾਹੁੰਦੀ ਹਾਂ। ਥੋੜੇ ਦਿਨ ਹੋਏ ਕੇਂਦਰੀ ਸਿੰਘ ਸਭਾ ਦਾ ਕੋਈ ਉਹਨਾਂ ਵੱਲੋਂ ਸੈਮੀਨਾਰ ਰੱਖਿਆ ਗਿਆ ਸੀ, ਹਨਾ। ਉਹਨਾਂ ਵਿੱਚ ਜਿਵੇਂ ਧਾਮੀ ਸਾਹਿਬ ਵੀ ਬੋਲੇ ਤੇ ਪ੍ਰੋਫੈਸਰ ਮਨਜੀਤ ਸਿੰਘ, ਭਾਈ ਮਨਜੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਨੇ ਕੇਸਗੜ੍ਹ ਸਾਹਿਬ ਦੇ, ਤੇ ਅਕਾਲ ਤਖ਼ਤ ਸਾਹਿਬ ਦੀ ਵੀ ਉਹਨਾਂ ਨੇ ਜ਼ਿੰਮੇਵਾਰੀ ਨਿਭਾਈ ਹੈ ਕਾਫੀ ਦੇਰ, ਕਾਰਜਕਾਰੀ ਰਹੇ ਨੇ ਉੱਥੇ। ਹਾਂਜੀ ਕਾਰਜਕਾਰੀ ਰਹੇ ਨੇ। ਤੇ ਉਹ ਗੱਲ ਕਰ ਰਹੇ ਸੀ, ਮੈਂ ਉਹਨਾਂ ਦਾ ਲੈਕਚਰ ਸੁਣ ਰਹੀ ਸੀ। ਉਹ ਕਹਿ ਰਹੇ ਸੀ ਵੀ ਧਾਮੀ ਸਾਹਿਬ ਨੂੰ ਇੱਥੇ ਬੈਠੇ ਹੋਣਾ ਚਾਹੀਦਾ ਸੀ। ਉਹਨਾਂ ਨੇ ਕੁਝ ਐਲੀਗੇਸ਼ਨ ਲਾਈਆਂ ਨੇ, ਕਿਉਂਕਿ ਮੈਂ ਧਾਮੀ ਸਾਹਿਬ ਦਾ ਸੁਣਿਆ ਨਹੀਂ ਹੈ ਲੈਕਚਰ, ਤੇ ਉਹਨਾਂ ਸੁਣ ਰਹੀ ਸੀ। ਉਹ ਆਪਣਾ ਦੱਸ ਰਹੇ ਸੀਗੇ ਕਿ ਕਿਸ ਤਰ੍ਹਾਂ ਮੈਂ ਸਟੈਂਡ ਲੈ ਕੇ ਕੀਤਾ, ਕਿਉਂਕਿ ਪਹਿਲਾਂ ਤਾਂ ਜਦੋਂ 1995 ਦੇ ਵਿੱਚ 94 ਚ ਅਸੀਂ ਇੱਥੋਂ ਸੈਮੀਨਾਰ ਤੋਂ ਗਏ, 1995 ਦੇ ਵਿੱਚ ਉਹਨਾਂ ਨੇ ਵਿਸ਼ਵ ਸਿੱਖ ਸੰਮੇਲਨ ਕੀਤਾ ਸੀ। ਆਪਣਾ ਮਤਲਬ ਟੌਡ ਸਾਹਿਬ ਨੂੰ ਨਾਲ ਲਿਆ ਸੀ ਕਲਕੱਤਾ ਦਾ। ਉਹ ਸਾਰਾ ਚਲੋ ਬਹੁਤ ਵਧੀਆ ਹੋਇਆ ਸੀ। ਉਹਦੇ ਵਿੱਚ ਰੈਜ਼ੋਲੂਸ਼ਨ ਪਾਸ ਕਰਕੇ ਵੀ ਆਪਣਾ ਗਿਆਨੀ ਗੁਰਮੁਖ ਸਿੰਘ ਉਹਨਾਂ ਨੂੰ ਤਾਂ ਕਿੰਨੀ ਦੇਰ ਹੋ ਗਈ ਹੈ, ਹਨਾ, ਉਹਨਾਂ ਨੂੰ ਛੇਕਿਆ ਗਿਆ ਸੀ ਪੰਥ ਚੋਂ, ਤੇ ਉਹਨਾਂ ਨੂੰ ਕਹਿ ਲਓ ਜਿਵੇਂ ਮਤਲਬ ਆਫਟਰ ਡੈਥ ਇਨਾਮ ਦੇਈਦਾ, ਇੱਦਾਂ ਉਹਨਾਂ ਨੂੰ ਮਤਲਬ ਵਾਪਸ ਲਿਆ ਸੀ ਪੰਥ ਦੇ ਵਿੱਚ ਰੈਜ਼ੋਲੂਸ਼ਨ ਪਾਸ ਕਰਕੇ, ਸੰਗਤਾਂ ਦੀ ਮਰਜ਼ੀ ਦੇ ਨਾਲ, ਤਖਤਾਂ ਦੇ ਜਥੇਦਾਰਾਂ ਦੀ ਸਹਿਮਤੀ ਦੇ ਨਾਲ, ਸਾਰਿਆਂ ਨਾਲ। ਇੱਦਾਂ ਹੀ 1999 ਦੇ ਵਿੱਚ ਟੌੜਾ ਸਾਹਿਬ ਨੂੰ ਵੀ ਇਸ ਕਰਕੇ ਵੱਖ ਕੀਤਾ ਸੀ। ਉਹ ਕਹਿੰਦੇ ਸੀ ਇਹ ਧਾਰਮਿਕ ਫੰਕਸ਼ਨ ਨੇ, SGPC ਦੇ ਉਹਦੇ ਵਿੱਚ ਹੋਣੇ ਚਾਹੀਦੇ ਆ। ਇਹ 1999 ਦੇ ਖਾਲਸਾ ਦੀ ਜਿਹੜੀ 300 ਸਾਲਾ ਮਨਾਉਣੀ ਹੈ, ਪਰ ਬਾਦਲ ਸਾਹਿਬ ਅੜ ਗਏ ਵੀ ਨਹੀਂ ਜੀ, ਇਹ ਤਾਂ ਸਰਕਾਰ ਵੱਲੋਂ ਹੋਣੀ ਚਾਹੀਦੀ, ਕਿਉਂਕਿ ਉਹ ਹਮੇਸ਼ਾ ਆਪਣਾ ਸਰਕਾਰ ਦਾ ਉਹ ਜਿਹੜਾ ਸ਼ੋਅ ਆਪਣੇ ਆਪ ਨੂੰ ਕਰਨਾ ਚਾਹੁੰਦੇ ਆ। ਹੁਣ ਤਾਂ ਇਹੀ ਸਮਝਣਾ ਚਾਹੀਦਾ ਕਿ ਇਹ ਪਰਿਵਾਰਕ ਲਿਮਟਿਡ ਕੰਪਨੀ ਅਕਾਲੀ ਦਲ ਜਿਹੜਾ ਉਹ ਬਣ ਗਿਆ ਹੋਇਆ ਵਿੱਚ SGPC ਨੂੰ ਵੀ ਉਹਨਾਂ ਨੇ ਸਮਝਿਆ। ਖੈਰ, ਤੇ ਉਦੋਂ ਦੱਸ ਰਹੇ ਸੀ ਭਾਈ ਮਨਜੀਤ ਸਿੰਘ ਹੋਣੀ ਕਿ ਜਦੋਂ ਨਿਕਲਣਾ ਸੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕੀਰਤਪੁਰ ਸਾਹਿਬ ਤੱਕ ਪ੍ਰੋਸੈਸ਼ਨ ਜਾਣਾ ਸੀ, ਜਲੂਸ ਜਿਹਨੂੰ ਆਪਾਂ ਕਹਿੰਦੇ। ਉਹਦੇ ਅੱਗੇ 5 ਪਿਆਰੇ ਹੁੰਦੇ ਨੇ, ਫਿਰ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਹੁੰਦੀ ਹੈ, ਉਸ ਤੋਂ ਪਿੱਛੇ ਸੰਗਤ ਹੁੰਦੀ ਹੈ। ਤੇ ਉਹ ਕਿਉਂਕਿ ਬਹੁਤ ਵੱਡਾ ਫੰਕਸ਼ਨ ਸੀ, ਉਹਦੇ ਵਿੱਚ ਅਲਾਟ ਕਰ ਦਿੱਤੀਆਂ ਗਈਆਂ ਸੀ ਥਾਵਾਂ ਕਿ ਕਿਹੜੀ ਸੰਸਥਾ ਨੇ ਕਿੱਥੇ ਕਿੱਥੇ, ਕਿਉਂ ਸਿੱਖਾਂ ਦੀਆਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ, ਵੱਖ-ਵੱਖ ਅਦਾਰੇ ਨੇ, ਗਿਣੇ ਕਿੱਥੇ ਕਿੱਥੇ ਹੋਣਾ। ਉਹ ਕਹਿੰਦੇ ਉਦੋਂ ਮਤਲਬ ਇਹ ਜਿਹੜੀ ਨਿਕਰਧਾਰੀ ਪਾਰਟੀ ਹੈ ਇਹਦਾ ਕਾਫੀ ਹਜੂਮ ਸੀਗਾ। ਉਹ ਇਹਨਾਂ ਕੋਲ ਆਏ ਜੀ ਵੀ ਸਾਨੂੰ ਤੁਸੀਂ 5 ਪਿਆਰਿਆਂ ਤੋਂ ਅੱਗੇ ਲਾਓ ਜਾਂ ਉਹਨਾਂ ਦੇ ਪਿੱਛੇ ਲਾਓ, ਵੀ ਅਸੀਂ ਜਲੂਸ ਦੀ ਅਗਵਾਈ ਕਰਨੀ ਹੈ, ਅਸੀਂ ਵੱਡਾ ਭਾਈ ਹਾਂ। ਉਹ ਕਹਿੰਦੇ ਦੇਖੋ ਮੈਂ ਪੰਥ ਨੂੰ ਜਵਾਬ ਦੇ ਹਾਂ, ਮੈਂ ਕਿਸੇ ਅਕਾਲੀ ਦਲ ਨੂੰ ਜਵਾਬ ਦੇ ਨਹੀਂ ਹਾਂ, ਤੇ ਇਹ ਨਹੀਂ ਹੋ ਸਕਦਾ, ਅਸੀਂ ਆਪਣੀ ਮਰਿਆਦਾ ਭੰਗ ਨਹੀਂ ਕਰ ਸਕਦੇ, ਇਹ ਪੰਥ ਦਾ ਕਾਰਜ ਹੈ ਇਹ। ਤੇ ਉਹਨਾਂ ਤੇ ਉਸ ਵੇਲੇ ਪੋਲੀਟੀਕਲ ਪ੍ਰੈਸ਼ਰ ਅਸੀਂ ਸਮਝਦੇ ਸੀ ਵੀ ਸ਼ਾਇਦ ਟੌਡ ਸਾਹਿਬ ਨਾਲ ਸਾਈਡ ਕਰਨ ਕਰਕੇ ਭਾਈ ਮਨਜੀਤ ਸਿੰਘ ਉਹਨਾਂ ਨੂੰ ਹਟਾ ਦਿੱਤਾ ਗਿਆ। ਅਸਲ ਗੱਲ ਇਹ ਸੀਗੀ ਕਿ ਭਾਈ ਮਨਜੀਤ ਸਿੰਘ ਉਹਨੇ ਨਹੀਂ ਮੰਨੇ, ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਗਿਆ ਵੀ ਨਹੀਂ ਜੀ ਸਾਡਾ ਇਹ ਤੁਸੀਂ ਸਮਝੋ ਸਾਡੀ ਰਾਜਨੀਤਿਕ ਮਜਬੂਰੀ ਹੈ। ਉਹ ਕਹਿੰਦੇ ਤੁਹਾਡੀ ਰਾਜਨੀਤਿਕ ਮਜਬੂਰੀ ਹੋ, ਮੈਂ ਕਿਉਂ ਪੰਥ ਤੋਂ ਮੂੰਹ ਕਾਲਾ ਕਰਾਵਾਂ, ਤੇ ਉਹ ਨਹੀਂ ਮੰਨੇ ਹੈਗੇ। ਉਹ ਕਹਿੰਦੇ ਜੀ ਫਿਰ ਅਸੀਂ, ਉਹ ਕਹਿੰਦੇ ਪਿੱਛੇ ਵੀ ਥਾਂ ਅਲਾਟ ਹੋਈ ਹੋਈ ਹੈ, ਉਹ ਤੋਂ ਪਿੱਛੇ ਤੁਸੀਂ ਜਿਹੜੀਆਂ ਥਾਵਾਂ ਅਲਾਟ ਹੋਈਆਂ ਉਹ ਤੋਂ ਪਿੱਛੇ ਤੁਸੀਂ ਜਿਵੇਂ ਬਾਕੀ ਸੰਗਤ ਜਾ ਰਹੀ ਹੈ ਤੁਸੀਂ ਸ਼ਾਮਲ ਹੋ ਜਾਓ। ਤੇ ਦੂਜੇ ਦਿਨ ਜਦੋਂ ਮਤਲਬ ਸੰਮੇਲਨ ਹੋ ਰਿਹਾ ਸੀਗਾ, ਉਹਦੇ ਵਿੱਚ ਵੀ ਜਿਹੜੇ ਧਾਰਮਿਕ ਰਿਪਰੈਜ਼ੈਂਟੇਟਿਵ ਸੀਗੇ ਉਹ ਫਸਟ ਰੋ ਦੇ ਵਿੱਚ ਬੈਠੇ ਸੀਗੇ, ਤੇ ਹਿੰਦੂ ਧਰਮ ਦੇ ਰਿਪਰੈਜ਼ੈਂਟੇਟਿਵ ਦੇ ਤੌਰ ਤੇ ਸ਼ੰਕਰਾਚਾਰੀਆ ਜੀ ਬੈਠੇ ਸੀ ਉੱਥੇ। ਤੇ ਉਦੋਂ ਫਿਰ ਉਹਨਾਂ ਕੋਲ ਲੈਟਰ ਲੈ ਕੇ ਆਇਆ ਵੀ ਸਾਡੇ ਮੁਖੀ ਨੂੰ ਤੁਸੀਂ ਮੂਰਲੀ ਲਾਈਨ ਦੇ ਵਿੱਚ ਪੰਕਤੀ ਦੇ ਵਿੱਚ ਸਾਨੂੰ ਸੀਟ ਦਿਓ, ਜਾਨੀ RSS ਦੇ ਮੁਖੀ। ਹਾਂ RSS ਦੇ ਮੁਖੀ। ਉਹ ਕਹਿੰਦੇ ਦੇਖੋ ਧਾਰਮਿਕ ਮੁਖੀ ਸ਼ੰਕਰਾਚਾਰੀਆ ਹੈ, RSS ਦਾ ਮੁਖੀ ਧਾਰਮਿਕ ਮੁਖੀ ਨਹੀਂ ਹੈ। ਉਹ ਪਹਿਲੀ ਲਾਈਨ 'ਚ ਨਹੀਂ ਬੈਠਣਗੇ, ਉਹ ਦੂਸਰੀ ਲਾਈਨ 'ਚ ਹੀ ਬੈਠਣਗੇ। ਕਹਿੰਦੇ ਮੈਂ ਆਪ ਵੀ ਦੂਸਰੀ ਲਾਈਨ 'ਚ ਬੈਠਾ ਸੀ, ਜਦ ਚਲੋ ਪਹਿਲੀ 'ਚ ਵੀ ਬੈਠੇ ਹੋ, ਵੀ ਇਹ ਨਹੀਂ ਹੋ ਸਕਦਾ। ਉਹ ਕਹਿੰਦੇ ਉਦੋਂ ਉਹਨਾਂ ਨੇ ਧਮਕੀ ਦਿੱਤੀ ਵੀ ਇੱਕ ਦਿਨ ਆਊਗਾ ਤੇ ਤੁਹਾਨੂੰ ਇਹਦਾ ਖਮਿਆਜਾ ਭੁਗਤਣਾ ਪਊ। ਕਹਿੰਦੇ ਮੈਨੂੰ ਥ੍ਰੈਟ ਮਾਰਨ ਤੱਕ ਦਾ ਆਇਆ। ਤੇ ਦੂਜਾ ਉਹ ਕਹਿੰਦੇ ਵੀ ਇੱਕ ਦਿਨ ਆਊਗਾ SGPC ਦਾ ਪ੍ਰਧਾਨ ਵੀ ਸਾਡਾ ਹੋਊਗਾ, ਤੇ ਆਪਣਾ ਅਕਾਲ ਤਖਤ ਦਾ ਜਥੇਦਾਰ ਵੀ ਸਾਡਾ ਬੰਦਾ ਹੋਊਗਾ। ਵੀ ਇਹ ਜਿਹੜੀਆਂ ਉਦੋਂ ਦੀਆਂ ਇਹਨਾਂ ਨੇ ਆਪਣੀਆਂ ਪੋਲੀਟੀਕਲ ਅਲਾਇੰਸਿਸ ਕੀਤੇ ਨੇ, ਉਹਨਾਂ ਦਾ ਖਮਿਆਜਾ ਅੱਜ ਆ ਜਿਹੜਾ ਸਿੱਖ ਪੰਥ
ਭੁਗਤ ਰਿਹਾ। ਦੂਜੀ ਗੱਲ ਮੈਂ ਇੱਥੇ ਇਹ ਕਹਿਣਾ ਚਾਹੁੰਦੀ ਹਾਂ ਕਿ ਅਕਾਲੀ ਦਲ ਦੇ ਮੈਂਬਰ ਹੋਣਾ ਹੋਰ ਗੱਲ ਹੈ, ਕੋਈ ਸਾਰੇ ਸਿੱਖ ਜ਼ਰੂਰੀ ਨਹੀਂ ਹੈ ਕਿ ਅਕਾਲੀ ਪਾਰਟੀ ਇੱਕ ਪੋਲੀਟੀਕਲ ਪਾਰਟੀ ਹੈ, ਉਹਦਾ ਕੋਈ ਮੈਂਬਰ ਹੈ ਕੋਈ ਨਹੀਂ ਹੈ, ਸਿੱਖ ਬਣਦਾ ਨਹੀਂ ਬਣਦਾ, ਉਹ ਕਾਂਗਰਸੀ ਬਣਦਾ ਆਪ ਦਾ ਬਣਦਾ, ਜਿਹਦਾ ਮਰਜ਼ੀ ਬਣੇ, ਦੈਟ ਇਜ਼ ਨੋ ਪ੍ਰੋਬਲਮ। ਬਟ ਜਿਹੜਾ ਕੀ ਕਹਿੰਦੇ ਨੇ SGPC ਹੈ ਉਹ ਸਾਰੇ ਸਿੱਖਾਂ ਦੀ ਇੱਕ ਮਤਲਬ ਰਿਪਰੈਜ਼ੈਂਟੇਟਿਵ ਸੰਸਥਾ ਹੈ, ਉਹ ਜਿਹਨੂੰ ਅਸੀਂ ਸਿੱਖਾਂ ਦੀ ਮਿਨੀ ਪਾਰਲੀਮੈਂਟ ਕਹਿੰਦੇ ਹਾਂ। ਉਹਦੇ ਉੱਤੇ ਇਸ ਤਰ੍ਹਾਂ ਇੱਕ ਅਧਿਕਾਰ ਹੋਣਾ ਇਹ ਚੰਗੀ ਗੱਲ ਨਹੀਂ ਹੈ, ਮਾੜੀ ਗੱਲ ਹੈ। ਇਹ ਅਕਾਲੀ ਦਲ ਉਹਨੂੰ ਆਪਣੀ ਪਰਪਸ ਵਾਸਤੇ ਵਰਤਦਾ ਹੈ। ਆਪਾਂ ਇਸੇ ਪਲੇਟਫਾਰਮ ਤੋਂ ਬਹੁਤ ਵਾਰੀ ਗੱਲ ਕਰਦੇ ਰਹੇ ਹਾਂ ਕਿ ਕੋਈ ਵੀ ਬੰਦਾ ਜਿਹੜਾ SGPC ਦਾ ਮੈਂਬਰ ਬਣਦਾ ਹੈ ਉਹਨੂੰ ਕਿਸੇ ਵੀ ਹੋਰ ਪਾਰਟੀ ਦਾ ਮੈਂਬਰ ਬਣਨ ਤੋਂ ਜਾਂ ਉਹਨੂੰ ਮਤਲਬ ਇਲੈਕਸ਼ਨ ਕਿਸੇ ਪਾਰਟੀ ਦੇ ਲੜਨ ਤੋਂ ਉਹਨੂੰ ਮਨ੍ਹਾ ਕੀਤਾ ਜਾਣਾ ਚਾਹੀਦਾ, ਤਾਂ ਉਹ ਜਿਹੜਾ ਗੁਰਦੁਆਰਾ ਪ੍ਰਬੰਧ ਹੈ ਜਾਂ ਸਿੱਖਾਂ ਦੇ ਅਸਲੀ ਜਿਹੜੇ ਨੁਮਾਇੰਦੇ ਹੋਣ ਦੀ ਭੂਮਿਕਾ ਜਿਹੜੀ ਉਹ ਤਾਂ ਨਿਭਾ ਸਕਦੇ ਆ। ਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਉਹ ਤੇ ਇੱਕ ਬ੍ਰੌਡ ਸੈਂਸ 'ਚ ਆਪਾਂ ਸ਼੍ਰੋਮਣੀ ਕਮੇਟੀ ਬਾਰੇ ਗੱਲ ਕਰਦੇ ਹਾਂ, ਪਰ ਜਿਹੜਾ ਮੌਜੂਦਾ ਸੰਕਟ ਹੈ ਹਾਂਜੀ ਇੱਕ ਕੋਈ ਬੀਬੀ ਜਗੀਰ ਕੌਰ ਹੀ ਬਹੁਤ ਨੇੜੇ ਜਾਣੇ ਜਾਂਦੇ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੇ, ਹਾਂਜੀ ਔਰ ਬਹੁਤ ਸਾਰੇ ਉਤਰਾਅ ਚੜਾਅ ਉਹਨਾਂ ਵੇਖੇ ਨੇ, ਕਿਸ ਤਰ੍ਹਾਂ ਪੋਲਿਟਿਕਸ 'ਚ ਆਏ, ਕਿਵੇਂ ਹੋਇਆ, ਉਹਨਾਂ ਦੀ ਬੇਟੀ ਵਾਲਾ ਇੱਕ ਐਪੀਸੋਡ ਹੋਇਆ, ਉਸ ਤੋਂ ਬਾਅਦ ਵੀ ਉਹਨਾਂ ਦੇ ਕੋਲ ਬਹੁਤਾ ਇਸ ਤਰ੍ਹਾਂ ਦਾ ਐਕਸ਼ਨ ਲਿਆ, ਉਹ 'ਚ ਉਹਨਾਂ ਨੂੰ ਸਜ਼ਾ ਵੀ ਹੋਈ, ਪਰ ਫਿਰ ਵੀ ਉਹ ਉਹਨਾਂ ਦੇ ਚਿਹਤਿਆਂ 'ਚ ਰਹੇ। ਹਾਂਜੀ, ਇਹ ਅਚਾਨਕ ਕੀ ਵਾਪਰਿਆ ਕਿ ਬੀਬੀ ਜਗੀਰ ਕੌਰ ਲਿਫਾਫਾ ਕਲਚਰ ਨੂੰ ਚੈਲੰਜ ਕਰਨ ਚੱਲ ਗਏ? ਨਹੀਂ, ਇਹ ਥੋੜੇ ਮੈਂ ਬੀਬੀ ਜਗੀਰ ਕੌਰ ਦੀ ਹੁਣੇ ਇੰਟਰਵਿਊ ਸੁਣ ਰਹੀ ਸੀ ABP ਸਾਂਝਾਂ ਤੋਂ, ਉਹ ਮੈਂ ਸੁਣ ਤਾਂ 2 ਮਿੰਟ ਹੀ ਸਕੀ ਕਿਉਂਕਿ ਆਪਣਾ ਇੱਧਰ ਟਾਈਮ ਹੋ ਰਿਹਾ ਸੀ। ਉਹ ਦੱਸ ਰਹੇ ਸੀ ਵੀ ਕਾਫੀ ਸਮਾਂ ਹੋ ਗਿਆ, ਮੈਨੂੰ ਡੇਟ ਤਾਂ ਯਾਦ ਨਹੀਂ, ਮਹੀਨਾ 20 ਦਿਨ ਤੁਸੀਂ ਲਾ ਲਓ, ਇੰਨਾ ਹੋਇਆ ਹੋਊਗਾ ਵੀ ਮੈਂ ਪ੍ਰਧਾਨ ਜੀ ਕੋਲ ਗਈ ਸੀ। ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਜਦੋਂ ਮੈਨੂੰ ਪ੍ਰਧਾਨ ਬਣਾਇਆ, ਮੈਂ COVID-19 ਉਦੋਂ ਚੱਲ ਰਿਹਾ ਸੀ, ਮੈਂ ਕੁਝ ਪੰਥਕ ਕਾਰਜ ਕਰਨੇ ਚਾਹੁੰਦੀ ਹਾਂ ਤੇ ਮੈਂ ਉਹ ਹੁਣ ਸੰਪੰਨ ਕਰ ਸਕੂੰਗੀ, ਤੁਸੀਂ ਮੈਨੂੰ ਪ੍ਰਧਾਨ ਬਣਾ ਦਿਓ। ਤੇ ਉਹਨਾਂ ਨੇ ਕਿਹਾ ਵੀ ਮੈਂ ਸਲਾਹ ਕਰਕੇ ਦੱਸੂਗਾ। ਉਹ ਕਹਿੰਦੇ ਕਮੇਟੀਆਂ ਹੁਣ ਸਾਰੀਆਂ ਭੰਗ ਹੋਈਆਂ, ਆਪਾਂ ਵੀ ਜਾਣਦੇ ਹਾਂ। ਉਹ ਜਿਹੜੀ ਇਨਕੁਆਇਰੀ ਕਮੇਟੀ ਬਣਾਈ ਸੀਗੀ, ਲੋਕਾਂ ਦੀ ਰਾਏ ਲੈਣੀ ਸੀ, ਆਪਣੇ ਮਤਲਬ ਕੈਡਰ ਹੈ ਉਹਨਾਂ ਦੀ ਰਾਏ ਲੈਣੀ ਸੀ। ਉਹਨਾਂ ਸਾਰਿਆਂ ਨੇ ਕਿਹਾ ਸੀ ਵੀ ਪ੍ਰਧਾਨ ਅਕਾਲੀ ਦਲ ਦਾ ਪ੍ਰਧਾਨ ਹੈ ਜਿਹੜਾ, ਜੇ ਇਹ ਮਤਲਬ ਚੇਂਜ ਹੋਣੀ ਚਾਹੀਦੀ ਹੈ ਨਾ, ਜਿਹੜਾ ਸਿਸਟਮ ਹੈ ਉਹ ਸਾਰੇ ਦੇ ਵਿੱਚ ਜਾਂ ਜੋ ਰੂਲਿੰਗ ਹੋਏਗਾ ਉਹਦੇ ਵਿੱਚ ਚੇਂਜ ਹੋਣੀ ਚਾਹੀਦੀ ਹੈ। ਤੇ ਉਹ ਚੇਂਜ ਇਹਨਾਂ ਨੇ ਕੀਤੀ ਨਹੀਂ, ਉਹ ਕਮੇਟੀਆਂ ਤਾਂ ਭੰਗ ਕਰਤੀਆਂ, ਪਰ ਪ੍ਰਧਾਨ ਕਹਿੰਦੇ ਜੀ ਨਹੀਂ, ਸਾਰੇ ਕਹਿ ਰਹੇ ਨੇ ਵੀ ਨਹੀਂ ਜੀ ਪ੍ਰਧਾਨ ਤੁਸੀਂ ਉਹ, ਇਹ ਤਾਂ ਡਿਕਟੇਟਰਸ਼ਿਪ ਹੈ ਇਹ। ਉਹ ਕਹਿੰਦੀ ਮੈਨੂੰ ਤਾਂ ਲੱਗਦਾ ਸਭ ਸਾਰੇ ਨਹੀਂ ਕਹਿ ਰਹੇ, ਕੁਝ ਇੱਕ ਵਿਅਕਤੀ ਨੇ ਚਾਪਲੂਸ ਕਿਸਮ ਦੇ ਜਿਹੜੇ ਅਕਾਲੀ ਪੋਲਿਟਿਕਸ ਤੇ ਹਾਵੀ ਹੋਏ, ਜਿਨ੍ਹਾਂ ਚੋਂ ਸਿਕੰਦਰ ਸਿੰਘ ਮਲੂਕਾ ਦਾ ਆਪਾਂ ਨਾਂ ਲੈ ਸਕਦੇ ਹਾਂ, ਹਾਂਜੀ ਬਲਟੋਏ ਵਾਲਾ ਜਿਹੜਾ ਆਪਣਾ ਵਿਰਸਾ ਸਿੰਘ ਬਲਟੋਆ ਵਰਗੇ ਲੋਕਾਂ ਨੂੰ ਕਹਿ ਸਕਦੇ ਹਾਂ, ਜਿਹੜੇ ਲੋਕਾਂ ਨੂੰ ਇਹਨਾਂ ਨੇ ਬਹੁਤ ਪਾਵਰਫੁਲ ਵਿਅਕਤੀ ਦੇ ਤੌਰ ਤੇ ਪੇਸ਼ ਕਰ ਦਿੱਤਾ, ਔਰ ਜਿਹੜੇ ਵਿਅਕਤੀ ਆਪਣੇ ਨਾ ਜ਼ਬਾਨ ਤੇ ਕੰਟਰੋਲ ਕਰ ਸਕਦੇ ਆ, ਕਿਸੇ ਅਨੁਸ਼ਾਸਨ 'ਚ ਨਹੀਂ ਰਹਿ ਸਕਦੇ। ਆਪਾਂ ਮਲੂਕਾ ਸਾਹਿਬ ਬਾਰੇ ਵੀ ਜਾਣਦੇ ਆ, ਔਰ ਵਿਰਸਾ ਸਿੰਘ ਬਲਟੋਆ ਦੇ ਜਿਹੜੇ ਆਪਾਂ ਬਿਆਨ ਸੁਣਦੇ ਆ ਜਾਂ ਕੁਝ ਆਲੇ ਦੁਆਲੇ ਉਹਨਾਂ ਬਾਰੇ ਸੁਣਦੇ ਆ, ਉਹ ਤੋਂ ਪਤਾ ਲੱਗਦਾ ਕਿ ਉਹ ਕਿਸ ਤਬੀਅਤ ਦੇ ਆਦਮੀ ਨੇ। ਮੈਂ ਉਹ ਤੁਹਾਨੂੰ ਦੱਸਣ ਲੱਗੀ, ਉਹ ਤੋਂ ਇਲਾਵਾ ਵੀ ਡਾਕਟਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੇ ਇਹੋ ਜਿਹੇ ਬੰਦੇ ਭਰਤੀ ਕਰ ਲਏ ਜਿਹੜਾ ਕਿ ਜਿਸ ਤਰ੍ਹਾਂ ਤੁਸੀਂ ਮੇਰੇ ਭੈੜਾ ਸ਼ਬਦ ਹੈ ਵੀ ਗਲੀਆਂ ਦੇ ਗੁੰਡਾ ਟਾਈਪ, ਕੋਈ ਪੰਥਕ ਨਹੀਂ ਹੈਗੇ, ਉਹ ਕੋਈ ਬਰਕੰਦੀ ਆ, ਕੋਈ ਸਰਕੰਦੀ ਆ, ਕੋਈ ਬਿੱਟੂ ਆ, ਕੋਈ ਕੱਕੂ ਆ, ਕੋਈ ਪੱਪੂ ਆ, ਕੋਈ ਜਿਨ੍ਹਾਂ ਦਾ ਕੋਈ ਮਤਲਬ ਪੰਥ ਨਾਲ ਜਾਂ ਸਿੱਖੀ ਨਾਲ ਕੋਈ ਵਾਹ ਵਾਸਤਾ ਹੋਵੇ, ਆਪਾਂ ਗੈਰ ਜ਼ਿੰਮੇਵਾਰ ਤੇ ਜ਼ਿੰਮੇਵਾਰ। ਬੀਬੀ ਜਗੀਰ ਕੌਰ ਉਹਦੇ ਵਿੱਚ ਕਹਿ ਰਹੇ ਸੀ ਵੀ ਤੁਸੀਂ ਮੈਨੂੰ ਦੱਸੋ, ਅੱਜ ਤੱਕ ਮੈਂ ਚਲੋ ਉਹਨਾਂ ਦੀ ਜਿਹੜੀਆਂ ਪਰਸਨਲ ਉਹ ਐਲੀਗੇਸ਼ਨ ਲੱਗੇ ਕਿ ਉਹ ਸਮਥਿੰਗ ਡਿਫਰੈਂਟ ਹੈ, ਪਰ ਉਹ ਕਹਿੰਦੇ ਵੀ ਮੈਨੂੰ ਤੁਸੀਂ ਦੱਸੋ ਵੀ ਮੈਂ ਅੱਜ ਤੱਕ ਕੋਈ ਵੀ ਗੱਲ ਜਿਹੜੀ ਹੈਗੀ ਹੈ ਜਾਂ ਕੋਈ ਵੀ ਚੀਜ਼ ਹੈ ਜਿਹੜੀ ਉਹ ਪੰਥ ਦੇ ਖਿਲਾਫ ਜਾਂ ਮਤਲਬ ਅਕਾਲੀ ਦਲ ਦੇ ਖਿਲਾਫ ਕੀਤੀ ਹੋਵੇ। ਉਹ ਆਪਣੀ ਬੈਕਗਰਾਉਂਡ ਦੱਸ ਰਹੇ ਸੀ ਵੀ ਮੇਰੇ ਸਹੁਰਾ ਸਾਹਿਬ ਸੰਤ ਮੁਰਾਲੇ ਵਾਲੇ ਆਪਾਂ ਸਾਰੇ ਹੀ ਜਾਣਦੇ ਹਾਂ, ਉਹ 1922 ਤੋਂ ਲੈ ਕੇ 1950 ਤੱਕ ਟਿਲ ਡੈਥ 28 ਸਾਲ ਉਹ SGPC ਦੇ ਮੈਂਬਰ ਰਹੇ, ਪ੍ਰਧਾਨ ਵੀ ਬਣਦੇ ਰਹੇ ਵਿੱਚੋਂ, ਹੈ ਨਾ, ਵੱਖ-ਵੱਖ ਮਤਲਬ ਉਹਨਾਂ ਦੇ ਵਿੱਚ ਇੰਪੋਰਟੈਂਟ ਉਹਨਾਂ ਦੇ ਵਿੱਚ ਆਉਂਦੇ ਰਹੇ ਆ। ਤੇ ਫਿਰ ਬੀਬੀ ਜੀ ਵੀ ਉਹ ਕਹਿੰਦੇ ਵੀ ਉਦੋਂ ਟੌਹੜਾ ਸਾਹਿਬ ਨੂੰ ਹਟਾਉਣਾ ਸੀ ਤੇ ਇਹਨਾਂ ਨੇ ਮੈਨੂੰ ਚੁੱਕ ਕੇ ਪ੍ਰਧਾਨ ਬਣਾਇਆ, ਹੈ ਨਾ। ਪ੍ਰਧਾਨ ਬਣਨ ਤੇ ਵੀ ਉਹਨਾਂ ਨੇ ਦੇਖੋ ਤੁਸੀਂ ਉਦੋਂ ਆਪਣਾ ਨਾਨਕਸ਼ਾਹੀ ਕੈਲੰਡਰ ਉਹਨਾਂ ਨੇ ਲਾਗੂ ਕਰ ਦਿੱਤਾ ਸੀ ਬੜੇ ਧੜੱਲੇ ਨਾਲ, ਤੇ ਪੂਰਨ ਸਿੰਘ ਨੇ ਉਹਨਾਂ ਨੂੰ ਆਪਣਾ ਮਤਲਬ ਛੇਕਣ ਵਾਲੀ ਗੱਲ ਕਰ ਦਿੱਤੀ ਸੀ। ਉਹ ਕਹਿੰਦੇ ਮੈਂ ਉਦੋਂ ਵੀ ਕਿਹਾ ਵੀ ਠੀਕ ਹੈ ਜੇ ਸੰਗਤ ਕਹਿੰਦੀ ਹੈ ਤਾਂ ਛੇਕ ਦਿਓ ਮੈਨੂੰ, ਪਰ ਸੰਗਤ ਨੇ ਉਹਨਾਂ ਨੂੰ ਸਪੋਰਟ ਕੀਤਾ ਬੀਬੀ ਨੂੰ। ਇੱਦਾਂ ਹੀ ਉਹ ਕਹਿੰਦੇ ਹੁਣ
ਬੀਬੀ ਹਰਸਿਮਰਤ ਕੌਰ ਨਹੀਂ ਬਾਦਲ। ਡਾਕਟਰ ਸਾਹਿਬ ਮਤਲਬ ਇੱਥੇ ਟੋਕੇ ਪੁੱਛਣਾ ਚਾਹੁੰਦਾ ਹਾਂ, ਸੰਗਤ ਕਿਸ ਤਰ੍ਹਾਂ ਮਤਲਬ ਵਿਰੋਧ ਕਰਦੀ ਆ ਤੇ ਪੋਲਿਟਿਕਸ ਜਿਹੜੀ ਬਦਲ ਜਾਂਦੀ ਆ? ਜਦੋਂ ਭਾਈ ਰਣਜੀਤ ਸਿੰਘ ਨੂੰ ਅਕਾਲ ਤਖਤ ਤੋਂ ਲਾਇਆ ਗਿਆ ਤੇ ਸਾਰੀ ਸੰਗਤ ਉਸ ਗੱਲ ਤੇ ਨਾਰਾਜ਼ ਸੀਗੀ, ਕਈ ਸੈਮੀਨਾਰ ਹੋਏ, ਬਹੁਤ ਕੁਝ ਹੋਇਆ, ਪਰ ਉਹ ਸੰਗਤ ਦੀ ਸੁਣਾਈ ਹੁੰਦੀ ਕਿੱਥੇ ਆ? ਸੰਗਤ ਨੂੰ ਤਾਂ ਬਾਦਲ ਪੁੱਛਦੇ ਹੀ ਨਹੀਂ। ਚਲੋ ਐਸਜੀਪੀਸੀ ਦੇ ਮੈਂਬਰਾਂ ਨੇ ਕਿਹਾ ਹੋਊਗਾ ਜਿਵੇਂ ਵੀ ਹੋਇਆ, ਕਿਉਂਕਿ ਨਾਨਕਸ਼ਾਹੀ ਕੈਲੰਡਰ ਦੇ ਵੀ ਲੋਕ ਹੱਕ ਚ ਸੀਗੇ ਕਿ ਸਾਡੀ ਇੱਕ ਇੰਡੀਪੈਂਡੈਂਟ ਹਸਤੀ ਇਹਦੇ ਨਾਲ ਕਾਇਮ ਹੁੰਦੀ ਹੈ। ਹੁਣ ਤੁਸੀਂ ਦੇਖੋ ਵੀ ਇਹਨਾਂ ਨੇ ਕੀ ਕੀਤਾ, ਉਹ 7 ਸਾਲ ਤੱਕ ਲਾਗੂ, ਬੀਬੀ ਜਗੀਰ ਕੌਰ ਤੋਂ ਬਾਅਦ ਜਦੋਂ ਉਹ ਰੌਲਾ ਪਿਆ, ਛੇਕਣ ਦੀ ਗੱਲ ਹੋਈ, ਫਿਰ ਇਹ ਸੋਚ ਲਿਆ ਵੀ ਚੱਲ ਕਮੇਟੀ ਬਣਾ ਕੇ ਡਿਸਕਸ਼ਨ ਦੇ ਨਾਲ ਫਿਰ ਲਾਗੂ ਕੀਤਾ ਜਾਵੇ। ਉਦੋਂ ਆਪਣਾ ਕੀ ਕਹਿੰਦੇ ਕਿਰਪਾਲ ਸਿੰਘ ਬਨੂੰਗਰ ਜਥੇਦਾਰ ਉਹ ਸੀਗੇ ਐਸਜੀਪੀਸੀ ਦੇ ਪ੍ਰਧਾਨ, ਤੇ ਆਪਣੇ ਵਿਦਾਂਤੀ ਜੀ ਸੀਗੇ, ਜੋਗਿੰਦਰ ਸਿੰਘ ਵਿਦਾਂਤੀ ਜੀ ਜਥੇਦਾਰ ਅਕਾਲ ਤਖਤ ਦੇ। ਤਾਂ 11 ਮੈਂਬਰੀ ਕਮੇਟੀ ਬਣਾਈ, ਡਿਸਕਸ਼ਨਸ ਹੋਈਆਂ, ਉਹਦੇ ਵਿੱਚ ਸਾਰੇ ਲੋਕ ਆਪਣੀਆਂ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਰਿਪਰੈਜ਼ੈਂਟੇਟਿਵ ਉੱਥੇ ਆ, ਕਿਉਂਕਿ ਮੈਂ ਵੀ ਕਮੇਟੀ ਦੀ ਮੈਂਬਰ ਸੀ, ਮੈਨੂੰ ਪਤਾ। ਉਹ ਲਾਗੂ ਕੀਤਾ, ਲਾਗੂ ਕਰਨ ਤੋਂ ਬਾਅਦ 7 ਸਾਲ ਲਾਗੂ ਰਿਹਾ। ਫਿਰ ਇਹਨਾਂ ਨੇ ਆਪਣੇ ਬੀਜੇਪੀ ਦੇ ਅਲਾਇੰਸ ਦੇ ਵਿੱਚ ਕਿਉਂਕਿ ਉਹ ਸਾਰੇ ਪੂਰਨਮਾਸ਼ੀਆਂ ਦੇ ਬਣਾਉਂਦੇ ਨੇ, ਨਾਲੇ ਪੰਡਤਾਂ ਦੀਆਂ ਬਣਾਈਆਂ ਜੰਤਰੀਆਂ ਦੇ ਹਿਸਾਬ ਨਾਲ, ਇਹਨਾਂ ਨੇ ਮੁੜ ਕੇ ਫਿਰ ਹਟਾਇਆ ਕੈਲੰਡਰ ਹੈ ਨਾ, ਦੂਜਾ ਲਾਗੂ ਕੀਤਾ। ਕਿਹਾ ਜਾਂਦਾ ਕਿ ਜਿਹੜੀਆਂ ਸੰਪਰਦਾਵਾਂ ਨੇ, ਸਿੱਖ ਸੰਪਰਦਾਵਾਂ ਜਾਂ ਡੇਰੇ ਜਿਹੜੇ ਨੇ, ਉਹਨਾਂ ਦਾ ਬਹੁਤ ਸਾਰਾ ਪ੍ਰਭਾਵ ਤਾਂ ਨਹੀਂ ਹੈਗੇ। ਤੁਸੀਂ ਦੱਸੋ ਜਿਹੜੇ ਡੇਰੇ ਨੇ ਕਿੰਨੇ ਕੁ ਪੰਥਕ ਨੇ, ਹੈਨਾ? ਪੰਥਕ ਦਾ ਅਕਾਲੀ ਦਲ ਵੀ ਨਹੀਂ ਰਿਹਾ, ਉਹ ਵੀ ਇੱਕ ਮਤਲਬ ਪੋਲੀਟੀਕਲ ਪਾਰਟੀ ਹੈ। ਉਹ ਪਰ ਡਾਕਟਰ ਸਾਹਿਬ ਜ਼ਰੂਰ ਪਾਰਟੀ ਹੈ, ਇਹ ਥੋੜਾ ਪੰਥਕ ਨਹੀਂ ਹੈ, ਕੰਟਰਾਡਿਕਟਰੀ ਨਹੀਂ ਹੈ। ਇੱਕ ਪਾਸੇ ਅਸੀਂ ਕਹਿੰਦੇ ਆ ਕਿ ਡੇਰੇ ਵਾਲੇ ਸੰਗਰਾਂਦਾਂ, ਪੂਰਨਮਾਸ਼ੀਆਂ, ਮੱਸਿਆ ਮਨਾਉਂਦੇ ਆ, ਹਾਂਜੀ, ਤੇ ਡੇਰੇ ਵਾਲਿਆਂ ਦਾ ਕਲਚਰ ਇਹਦੇ ਨਾਲ ਪ੍ਰਭਾਵਿਤ ਹੁੰਦਾ, ਤਾਂ ਕਰਕੇ ਉਹ ਜਿਉਂ ਦਾ ਤਿਉਂ ਰੱਖਣਾ ਚਾਹੁੰਦੇ ਆ। ਦੂਜੇ ਆਰਐਸਐਸ ਦਾ ਵੀ ਹੈ ਇਹਦੇ ਵਿੱਚ ਦਖਲ। ਹਾਂਜੀ, ਔਰ ਦੂਜੇ ਪਾਸੇ ਬੀਬੀ ਜਗੀਰ ਕੌਰ ਖੁਦ ਇੱਕ ਡੇਰੇ ਤੋਂ ਆਉਂਦੇ ਆ, ਡੇਰਾ ਮੁਖੀ ਵੀ ਦੇ ਨਾਲ, ਉਹਨਾਂ ਦੇ ਵੀ ਇਲਜ਼ਾਮ ਸੀਗਾ ਕਿ ਇਹ ਤਾਂ ਆਉਂਦੇ ਨੇ, ਪਰ ਉਹਨਾਂ ਨੇ ਕੀ ਮਤਲਬ ਇੱਕ ਡੇਰੇਦਾਰ ਦੇ ਤੌਰ ਤੇ ਉੱਥੇ ਮਤਲਬ ਸਾਰਾ ਫੰਕਸ਼ਨ ਕੀਤਾ ਕਿ ਇੱਕ ਸਮਝ ਲਓ ਵੀ ਅਕਾਲੀ ਦਲ ਦੀ ਮੈਂਬਰ ਹੋਣ ਦੇ ਨਾਤੇ ਜਾਂ ਐਸਜੀਪੀਸੀ ਦੀ ਪ੍ਰਧਾਨ ਹੋ ਕੇ ਉਹਨਾਂ ਨੇ ਕੰਮ ਕੀਤਾ। ਹੁਣ ਉਹ ਜਿਵੇਂ ਦੱਸ ਰਹੇ ਸੀ ਵੀ ਬੀਬੀ ਇੱਕ ਮਿੰਟ ਮੇਰੀ ਗੱਲ ਸੁਣੋ, ਬੀਬੀ ਹਰਸਿਮਰਤ ਕੌਰ ਬਾਦਲ ਮਿਨਿਸਟਰ ਸੀਗੀ, ਸੁਖਬੀਰ ਸਿੰਘ ਬਾਦਲ ਦੀ, ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਆ, ਸੁਖਬੀਰ ਸਿੰਘ ਬਾਦਲ ਦੀ ਵਾਈਫ ਹੈ ਉਹ ਕਿਸੇ ਹਸਤੀ ਨੂੰ ਮੰਨਦੇ ਆ, ਸੰਤ ਨੂੰ। ਉਹ ਨਾਂ ਵੀ ਲੈ ਰਹੀ ਸੀ ਪਰ ਮੈਂ ਉਹ ਨੋਟ ਨਹੀਂ ਕੀਤਾ। ਤੇ ਉਹ ਇੱਕੋ ਮੂਲ ਮੰਤਰ ਹੈ ਗਲਵਾਲੀ ਵਾਲੇ ਬਾਬਾ ਜੀ, ਜਿਹੜੀ ਮੈਨੂੰ ਪਤਾ ਸਾਰਾ ਪਰਿਵਾਰ ਮਜੀਠੀਆ ਪਰਿਵਾਰ ਅੰਮ੍ਰਿਤਸਰ ਦੇ ਨਾਲ ਬਾਹਰ ਨਿਕਲੀ ਹੈ ਨਾ ਜੀ, ਗਲਵਾਲੀ ਗੇਟ ਹੈ, ਉੱਥੇ ਇੱਕ ਸੰਤ ਹੈ, ਉਹਨਾਂ ਕੋਲ ਜਾਂਦੀ ਹੈ ਉਹ, ਹੈਨਾ? ਤੇ ਸਾਰਾ ਮੀਠੀਆ ਪਰਿਵਾਰ ਜਾਂਦਾ ਜੀ, ਉਹਨਾਂ ਦੀ ਵੇਖੀ ਬਹੁਤ ਸਾਰਾ ਅਕਾਲੀ ਦਲ ਜਾਣ ਲੱਗਿਆ। ਪਰਿਵਾਰ ਵੀ ਕਿੰਨਾ ਰੋਇਲ ਰਿਹਾ ਹੈ, ਆਪਣਾ ਮਤਲਬ ਲਾਇਲ ਸੀਗਾ ਮੁਲਕ ਨੂੰ ਜਾਂ ਪੰਥ ਨੂੰ, ਉਹ ਸਾਰਾ ਆਪਾਂ ਨੂੰ ਪਤਾ ਹੀ ਹੈ। ਤੇ ਉਹ ਕਹਿੰਦੇ ਵੀ ਉਹ ਸੋਨੇ ਦੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਲੈ ਕੇ ਮੂਲ ਮੰਤਰ ਲੈ ਕੇ ਆਏ ਵੀ ਇਹ ਇੱਥੇ ਲਾ ਦਿਓ। ਕਹਿੰਦੇ ਮੈਂ ਪ੍ਰਧਾਨ ਦੇ ਤੌਰ ਤੇ ਉਹਨਾਂ ਨੂੰ ਕਿਹਾ ਵੀ ਇਹ ਗੱਲ ਨਹੀਂ ਹੋ ਸਕਦੀ ਹੈਗੀ, ਗੁਰੂ ਨਾਨਕ ਸਾਹਿਬ ਦਾ ਜਿਵੇਂ ਲਿਖਿਆ ਹੋਇਆ ਦਰਬਾਰ ਸਾਹਿਬ ਦੇ ਵਿੱਚ ਆਲਰੇਡੀ ਲੱਗਿਆ ਹੋਇਆ, ਇਹ ਨਹੀਂ ਲਾਉਣਾ ਹੈਗਾ ਇੱਥੇ। ਬਈ ਮਤਲਬ ਮੇਰੀ ਵਿਰੋਧਤਾ ਵੀ ਹੋਈ। ਇਹ ਇਸ ਗੱਲ ਦੀ ਲੜਾਈ ਸੀ ਵੀ ਹਰਸਿਮਰਤ ਕੌਰ ਬਾਦਲ ਨਾਲ। ਉਹ ਇਹ ਚਾਹੁੰਦੇ ਤਾਂ ਹੈਗੇ ਆ ਵੀ ਉੱਦਾਂ ਕਹਿੰਦੇ ਇਹ ਪੰਥਕ ਪਾਰਟੀ ਹੈ, ਜੇ ਹੈ ਜੀ ਉਹ ਹੈ, ਪਰ ਇਹਨਾਂ ਦੀ ਡਿਕਟੇਟਰਸ਼ਿਪ ਹੈ ਜਿਹੜੀ ਚੱਲਦੀ ਹੈ। ਮੈਂ ਉਹਨਾਂ ਬੀਬੀ ਦੀ ਇੰਟਰਵਿਊ ਸੁਣ ਰਹੀ ਸੀ, ਉਹ ਕਹਿੰਦੀ ਮੈਂ ਸਿਰਫ ਪ੍ਰਧਾਨ ਜੀ ਨੂੰ ਕਿਹਾ ਸੀਗਾ, ਉਹ ਕਹਿੰਦੀ ਕਦ ਨਹੀਂ ਹੋਇਆ ਵੀ ਜਦੋਂ 2 ਮੈਂਬਰ ਨਾ ਖੜੇ ਹੋਏ ਹੋਣ, ਵੀ ਜਦੋਂ ਮੈਨੂੰ ਬਣਾਇਆ ਸੀ ਉਦੋਂ ਵੀ ਟੌੜਾ ਸਾਹਿਬ ਖੜੇ ਹੋਏ ਸੀ, ਟੌੜਾ ਸਾਹਿਬ ਨੂੰ ਘੱਟ ਵੋਟਾਂ ਮਿਲੀਆਂ ਸੀ, ਵੀ ਕੋਈ ਜਿੱਤ ਜਾਂਦਾ ਕੋਈ ਹਾਰ ਜਾਂਦਾ, ਇਹਦੇ ਵਿੱਚ ਕੀ ਗੱਲ ਹੈਗੀ ਹੈ? ਤੇ ਮੈਂ ਇਹਦੇ ਵਿੱਚ ਕੋਈ ਡਿਸਪਲਿਨ ਨਹੀਂ ਭੰਗ ਕੀਤਾ। ਦੂਸਰੀ ਗੱਲ ਜਿਹੜੀ ਆਪਾਂ ਗਿੱਲ ਸਾਹਿਬ ਕਰਦੇ ਹਾਂ, ਇਹ ਇੱਕ ਪਾਸੇ ਅਸੀਂ ਫੈਡਰਲ ਸਿਸਟਮ ਦੀ ਗੱਲ ਕਰਦੇ ਹਾਂ, ਡੈਮੋਕ੍ਰੈਟਿਕ ਸਿਸਟਮ ਦੀ ਗੱਲ ਕਰਦੇ ਹਾਂ, ਦੂਜਾ ਅਸੀਂ ਐਸਜੀਪੀਸੀ ਦਾ ਕੋਈ ਵੀ ਮੈਂਬਰ ਹੈ ਜਿਹੜਾ ਪ੍ਰਧਾਨਗੀ ਵਾਸਤੇ ਲੜ ਸਕਦਾ, ਕਿਉਂ ਨਹੀਂ ਲੜਨ ਦੇਣਾ ਚਾਹੀਦਾ? ਡੈਮੋਕ੍ਰੇਟ ਇਸ ਕਰਕੇ ਕਿ ਇੱਕ ਮਤਲਬ ਉਹ ਆਪਣਾ ਕਿੰਨੀਆਂ ਕੁ ਲੇਡੀਜ਼ ਨੇ ਜਿਹੜੀਆਂ ਐਸਜੀਪੀਸੀ ਦੇ ਵਿੱਚ ਨੇ, ਮਤਲਬ ਜਾਂ ਕਿੰਨੀਆਂ ਕੁ ਅੱਜ ਤੱਕ ਪ੍ਰਧਾਨ ਬਣੀਆਂ, ਇਹਨਾਂ ਨੇ ਕਿਤੇ ਕਿਸੇ ਨੂੰ ਜਥੇਦਾਰ ਬਣਾਇਆ ਜਾਂ ਕੀ? ਚਲੋ ਇੱਕ ਬੀਬੀਆਈ ਇਨੀਸ਼ੀਏਟਿਵ ਨਾਲ ਆਈ, ਉਹ ਕਹਿੰਦੀ ਮੈਂ ਕਦੋਂ ਵਗਿਆ ਕੀਤੀ, ਕਹਿੰਦੀ ਮੈਂ ਬਿਲਕੁਲ ਇਲੈਕਸ਼ਨ ਨਹੀਂ ਸੀ ਲੜਨੀ ਚਾਹੁੰਦੀ। ਆਹ ਪਿਛਲੀ ਜਿਹੜੀ ਇਲੈਕਸ਼ਨ ਸੀ, ਇਹਨਾਂ ਨੇ ਮੈਨੂੰ ਜ਼ਬਰਦਸਤੀ ਕਿਹਾ ਵੀ ਨਹੀਂ ਤੈਨੂੰ ਖੜੀ ਹੋਣਾ ਪਊਗਾ, ਤੇ ਮੈਂ ਖੜੀ ਹੋਈ ਹਾਂ। ਵੀ ਮੈਨੂੰ ਕੋਈ ਦੱਸਣ ਤਾਂ ਸਹੀ ਮੈਂ ਅਕਾਲੀ ਦਲ ਦੀ ਅਵਗਿਆ ਕਦੋਂ ਕੀਤੀ ਸੀ? ਮੈਂ ਸਿਰਫ ਇੰਨਾ ਹੀ ਕਿਹਾ ਕਿ ਮੈਂ ਇਲੈਕਸ਼ਨ ਲੜਨੀ ਆ ਨਾ, ਪਹਿਲਾਂ ਤਾਂ ਇਲੈਕਸ਼ਨ ਲੜਨ ਨੂੰ ਨਹੀਂ ਸੀ ਕਿਹਾ, ਪਹਿਲਾਂ ਤਾਂ ਇਹਨੇ ਇਹੀ ਕਿਹਾ ਸੀ। ਉਹ ਕਹਿੰਦੀ ਲਿਫਾਫਾ ਕਲਚਰ ਦਾ ਮੈਂ ਉਹਨਾਂ ਨੂੰ ਕਿਹਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ, ਉਹ ਕੱਲੀ ਅਕਾਲੀ ਦਲ ਦੀ ਜਾਂ ਮਤਲਬ ਇਹ ਪੰਜਾਬ ਦੀ ਰਿਪਰੈਜ਼ੈਂਟੇਟਿਵ ਨਹੀਂ ਹੈ, ਸਾਰੀ ਵਰਲਡ ਤੇ ਅੱਜ ਸਿੱਖ ਬੈਠੇ ਨੇ, ਤੇ ਉਹ ਸਾਰੇ ਥਾਵਾਂ ਦੇ ਉੱਤੇ ਲਿਫਾਫਾ ਕਲਚਰ ਦੀ ਜਿਹੜੀ ਉਹ ਡਿਸਕਸ਼ਨ ਹੋ ਰਹੀ ਆ, ਹੈ ਨਾ? ਲੋਕ ਕਹਿੰਦੇ ਆ ਵੀ ਬਾਦਲ ਦੇ ਲਿਫਾਫੇ ਦੇ ਵਿੱਚੋਂ ਨਿਕਲਦਾ, ਪ੍ਰਧਾਨ ਦੇ ਲਿਫਾਫੇ ਵਿੱਚੋਂ ਨਿਕਲਦਾ ਜਿਹੜਾ ਐਸਜੀਪੀਸੀ ਦਾ ਪ੍ਰਧਾਨ ਹੁੰਦਾ, ਤੇ ਵੀ ਤੁਸੀਂ ਆਪਾਂ ਇਸ ਧੋਣ ਦੇ ਵਾਸਤੇ ਜਾਂ ਤੁਸੀਂ ਕਹਿ ਲਓ ਵੀ ਇਹਨੂੰ ਡੈਮੋਕ੍ਰੇਟਾਈਜ਼ ਕਰਨ ਦੇ ਵਾਸਤੇ
ਇਲੈਕਸ਼ਨ ਲੜਨ ਲੈਣ ਦੇ ਵਿੱਚ ਕੋਈ ਹਰਜ ਨਹੀਂ ਹੈ, ਇਹ ਕਰ ਲੈਣਾ ਚਾਹੀਦਾ ਵੀ ਮੇਰੀ ਆ ਇੰਨਾ ਹੀ ਕਸੂਰ ਹੈ। ਜੇ ਮੈਨੂੰ ਕਸੂਰ ਤਾਂ ਦੱਸਣ ਮੇਰਾ ਕਸੂਰ ਕੀ ਹੈ, ਮੈਂ ਕਿਹੜੀ ਪੰਥ ਅਕਾਲੀ ਦਲ ਦੇ ਖਿਲਾਫ ਕਿਹੜੀ ਕਾਰਵਾਈ ਕੀਤੀ ਹੈ। ਮੈਂ ਸਿਰਫ ਇੰਨਾ ਅਨਾਉਂਸ ਕੀਤਾ ਕਿ ਮੈਂ ਇਲੈਕਸ਼ਨ ਲੜਨੀ ਹੈ ਜੀ। ਤੇ ਉਹ ਮੁੜ ਕੇ ਕਹਿੰਦੀ ਪ੍ਰਧਾਨ ਜੀ ਨੇ ਮੇਰੇ ਨਾਲ ਕੋਈ, ਉਹਨਾਂ ਨੇ ਕਿਹਾ ਸੋਚ ਕੇ ਦੱਸਾਂਗੇ, ਨਾ ਮੈਨੂੰ ਸੋਚ ਕੇ ਦੱਸਿਆ ਹੁਣ ਤੱਕ। ਮੇਰੇ ਕੋਲ ਆਪਣਾ ਰਖੜਾ ਸਾਹਿਬ ਤੇ ਜੀ ਸਿੰਘ ਚੀਮਾ ਦੇ ਰਖੜਾ ਆਏ ਸੀ, ਉਹਨਾਂ ਨੇ ਮੈਨੂੰ ਇਹ ਕਿਹਾ ਵੀ ਤੂੰ ਇਲੈਕਸ਼ਨ ਲੜਨ ਤੋਂ ਹਟ ਜਾ, ਬੈਠ ਜਾ ਤੂੰ, ਮਤਲਬ ਵੀ ਹੋਰ ਕੋਈ ਗੱਲ ਨਹੀਂ ਹੋਈ ਹੈਗੀ। ਤੇ ਮਤਲਬ ਇਹ ਤਾਂ ਹੁਣ ਦੇਖੋ ਇਲੈਕਸ਼ਨ ਲੜਨਾ ਜਾਂ ਵੋਟ ਪਾਉਣੀ ਹਰ ਇੱਕ ਬੰਦੇ ਦਾ ਰਾਈਟ ਹੈ ਇਹ। ਦੂਜੀ ਗੱਲ ਉਹ ਜਿਹੜੀ ਉਹਨਾਂ ਨੇ ਹੋਰ ਦੱਸੀ ਵੀ ਜਦੋਂ ਉਹ ਜਿਹੜਾ ਪ੍ਰਧਾਨ ਲਿਫਾਫੇ ਚੋਂ ਵੀ ਨਿਕਲਦਾ ਨਾ, ਉਹਨੂੰ ਇਹ ਨਹੀਂ ਹੈ ਵੀ 5-7 ਦਿਨ ਪਹਿਲਾਂ ਦੱਸ ਦਿੱਤਾ ਜਾਂਦਾ ਕਿ ਤੈਨੂੰ ਪ੍ਰਧਾਨ ਬਣਾਉਣਾ। ਉਹ ਕਹਿੰਦੇ ਜਿਵੇਂ ਕੱਲ ਨੂੰ ਉਹਨੂੰ ਅਨਾਉਂਸ ਕਰਨਾ, ਜਾਂ ਅੱਜ ਰਾਤ ਨੂੰ ਜਾਂ ਉਹਨੂੰ ਕੱਲ ਨੂੰ ਸਵੇਰ ਵੇਲੇ ਦੱਸਿਆ ਜਾਊਗਾ ਵੀ ਤੈਨੂੰ ਪ੍ਰਧਾਨ ਬਣਾਉਣਾ, ਤਾਂ ਕਿ ਕੋਈ ਆਪਣੀ ਐਕਟੀਵਿਟੀ ਜਾਂ ਆਪਣੀ ਹੋਂਦ ਨਾ ਬਣਾ ਸਕੇ। ਹੋਂਦ ਨਾ ਬਣਾ ਸਕੇ। ਦੂਜੀ ਗੱਲ ਮੈਂ ਸੁਣ ਰਹੀ ਸੀਗੀ ਬਲਦੇਵ ਸਿੰਘ ਵਡਾਲਾ ਦੀ, ਉਹ ਹੈ ਨਾ ਮੇਰਾ ਖਿਆਲ ਹੈ ਕੀਰਤਨੀਏ ਵੀ ਨੇ, ਪ੍ਰਚਾਰਕ ਵੀ ਨੇ, ਆ ਜਿਹੜਾ ਬਰਗਾੜੀ ਕੀਰਤਨੀਏ ਸੀ ਗੁਰੂ ਘਰ ਦੇ, ਔਰ ਉਹਨਾਂ ਨੂੰ ਵੀ ਬਰਖਾਸਤ ਕੀਤਾ ਹੋਇਆ ਤੇ ਜਿਹੜੇ 360 ਸਰੂਪ ਆਪਣਾ ਮਤਲਬ ਪਤਾ ਨਹੀਂ ਲੱਗ ਰਿਹਾ ਗਵਾਚੇ ਨੇ, ਉਹਨਾਂ ਦੇ ਲਈ ਉਹਨਾਂ ਦੀ ਉਹ ਐਜੀਟੇਸ਼ਨ ਵੀ ਚੱਲ ਰਹੀ ਹੈ, ਉਹਦੇ ਵਿੱਚ ਪਾਰਟਿਸਿਪੇਟ ਕਰ ਰਹੇ। ਡਾਕਟਰ ਸਾਹਿਬ ਬਹੁਤ ਸਾਰੀਆਂ ਧਿਰਾਂ ਨੇ ਜਿਹੜੀਆਂ ਵੱਖਰੇ ਵੱਖਰੇ ਤੌਰ ਤੇ ਬਾਦਲਾਂ ਦੀ ਇਸ ਮਨੋਪਰੀ ਦੇ ਖਿਲਾਫ ਲੜਦੀਆਂ ਨੇ। ਭਾਈ ਰਣਜੀਤ ਸਿੰਘ ਆਪਣੀ ਥਾਂ ਨੇ, ਵਡਾਲਾ ਸਾਹਿਬ ਆਪਣੀ ਥਾਂ ਨੇ, ਸਿਮਰਜੀਤ ਸਿੰਘ ਮਾਨ ਦਾ ਗਰਮ ਖਿਆਲੀ ਦਲ ਆਪਣੀ ਥਾਂ, 1920 ਵਾਲਾ ਆਪਣੇ, ਮਤਲਬ ਇੰਨੀਆਂ ਕੁ ਤਾਕਤਾਂ ਨੇ, ਪਰ ਉਹ ਸਾਰੀਆਂ ਤਾਕਤਾਂ ਦਾ ਵੱਜਵੇਂ ਰੂਪ ਵਿੱਚ ਕੋਈ ਪ੍ਰਭਾਵ ਨਹੀਂ ਹੋਗਾ। ਨਹੀਂ, ਉਹ ਵੱਜਵੇਂ ਰੂਪ 'ਚ ਤਾਂ ਹੋਵੇ ਜਾਂ ਏਕਾ ਹੋਵੇ, ਘੱਟੋ ਘੱਟ ਨਹੀਂ ਮੌਕੇ ਦੇ ਮੌਕੇ ਏਕਾ ਹੋ ਵੀ ਜਾਵੇ, ਲੋਕੀ ਫਿਰ ਉਹਨੂੰ ਰਿਕਗਨਾਈਜ਼ ਨਹੀਂ ਕਰਦੇ। ਮਿਨੀਮਮ ਦੇਖੋ ਡੈਮੋਕ੍ਰੈਟਾਈਜੇਸ਼ਨ ਦਾ ਜਾਂ ਜਿਹਨੂੰ ਅਸੀਂ ਆਪਾਂ ਫੈਡਰਲ ਸਿਸਟਮ ਕਹਿੰਦੇ ਆ, ਉਹਨੂੰ ਲਾਗੂ ਕਰਨ ਦੇ ਲਈ ਜੇ ਇਹ ਤਰ੍ਹਾਂ ਇਕੱਠੀਆਂ ਹੋ ਜਾਣ, ਇਹ ਇੱਕ ਆਵਾਜ਼ ਬਣ ਸਕਦੇ ਨੇ। ਘੱਟੋ ਘੱਟ ਪ੍ਰੋਗਰਾਮ ਤਾਂ ਸਾਂਝਾ ਜਿਹੜਾ ਉਹ ਰੱਖ ਸਕਦੇ ਆ ਨਾ, ਵੀ ਪੰਥ ਦੇ ਸੁਧਾਰ ਵਾਸਤੇ ਜਾਂ SGPC। ਦੇਖੋ ਸਾਰਾ ਸਿਸਟਮ ਸਾਡਾ ਬਹੁਤ ਗਿਰਾਵਟ ਵਿੱਚ ਜਾ ਰਿਹਾ। ਉਹਨਾਂ ਦੀ ਮੈਂ ਗੱਲ ਕਰ ਰਹੀ ਸੀ, ਉਹ ਕਹਿ ਰਹੇ ਸੀ ਵੀ ਜਿਹੜੇ ਹੈਗੇ ਨੇ ਧਾਮੀ ਸਾਹਿਬ ਨੇ, ਉਹ ਬਲਵੰਤ ਸਿੰਘ ਖੇੜਾ ਨੇ ਇਹਨਾਂ ਦੇ ਉੱਤੇ ਕੇਸ ਕੀਤਾ ਹੋਇਆ, ਤੇ ਉਹਦੀ ਉਹ ਇਹਨਾਂ ਦੇ ਵਕੀਲ ਨੇ, ਉਹ ਉੱਥੇ ਲੜਨ ਜਾਂਦੇ ਨੇ। ਉਦੋਂ ਆਪਣੀ ਵੀ ਜਿਵੇਂ ਉਹਨਾਂ ਦੀ ਲੈਂਗੁਏਜ ਦੇ ਵਿੱਚ, ਮੈਂ ਆਪਣੇ ਵੱਲੋਂ ਨਹੀਂ ਇਹ ਕਹਿ ਰਹੀ ਵੀ ਪੈਂਟ ਪਾ ਕੇ ਆਪਣਾ ਕੋਟ ਪਾ ਕੇ ਉਸ ਦਿਨ ਇਹਨਾਂ ਦਾ ਕੇਸ ਲੜਨ ਜਾਂਦੇ ਨੇ। ਇਸ ਕਰਕੇ ਉਹਨਾਂ ਦੀ ਮਤਲਬ ਪ੍ਰਧਾਨ ਹੈ ਜਿਹੜਾ ਉਹਨੂੰ ਬਣਾਇਆ ਜਾਣਾ ਜਾਂ ਕੀ ਹੈ ਨਾ, ਇਹ ਆਪਣੇ ਸਾਰੇ ਪਰਸਨਲ। ਡਾਕਟਰ ਸਾਹਿਬ ਤੁਸੀਂ ਬਜ਼ੁਰਗ ਆਗੂ ਜਿਹੜੇ ਸੋਸ਼ਲਿਸਟ ਆਗੂ ਸੀ ਖੇੜਾ, ਬਲਵੰਤ ਸਿੰਘ ਖੇੜਾ ਦਾ ਜ਼ਿਕਰ ਕੀਤਾ, ਉਹਨਾਂ ਦਾ ਮੈਂ ਇੱਕ ਵਾਰ ਇੰਟਰਵਿਊ ਕੀਤਾ ਸੀ। ਬੜੇ ਨਿਮਰ ਵਿਅਕਤੀ, ਬਹੁਤ ਵਧੀਆ ਵਿਅਕਤੀ ਸੀਗੇ, ਪਰ ਇੱਕ ਤਰਾਸਦੀ ਹੈ ਸਾਡੇ ਸਮਿਆਂ ਦੀ ਕਿ ਦੋ ਐਸੇ ਵਿਅਕਤੀ ਜਿਨ੍ਹਾਂ ਨੇ ਬਹੁਤ ਵੱਡਾ ਪੰਥਕ ਕੰਮ ਆਰੰਭਿਆ, ਜਿਹੜਾ ਤਾਂ ਇੱਕ ਤਾਂ ਜਦ ਖੇੜਾ ਸਾਹਿਬ ਦਾ ਨਾਂ ਲਿਆ, ਉਹਨਾਂ ਕਿਹਾ ਕਿ 2 ਵਿਧਾਨ ਬਣਾਏ ਹੋਏ ਆ ਅਕਾਲੀ ਦਲ ਨੇ, ਜਿਹਨੂੰ ਚੈਲੰਜ ਕੀਤਾ, ਤੇ ਉਹ ਵਿਚਾਰੇ ਇਸ ਨੂੰ ਉਡੀਕਦੇ ਆਪਣੀ ਜ਼ਿੰਦਗੀ ਤੋਂ ਰਵਾਨਾ ਹੋ ਗਏ। ਕਿ ਨਾਲੇ ਇਹਨਾਂ ਨੂੰ ਹੁਣ ਰਾਹਤ ਵੀ ਮਿਲ ਗਈ ਹੋਈ ਹੈ ਨਾ ਉਹਦੇ ਵਿੱਚ। ਨਹੀਂ ਚਲੋ ਉਹਦੇ ਵਿੱਚ ਇਹ ਹੈ ਕਿ ਉਹ ਉਡੀਕਦੇ ਸੀ ਕਿ ਇਹ ਜਿਹੜਾ ਮੇਰੇ ਹੁੰਦਿਆਂ ਇੱਕ ਵਾਰੀ ਇਹ ਜਿਹੜੇ ਲੋਕ ਦੋਸ਼ੀ ਨੇ ਸਾਹਮਣੇ ਆਉਣ ਤੇ ਪਤਾ ਲੱਗੇ ਕਿ ਕਿਸ ਤਰ੍ਹਾਂ ਚੀਟ ਕਰਦੇ ਨੇ, ਨਾ ਸਿਰਫ ਪਬਲਿਕ ਨੂੰ ਚੀਟ ਕਰਦੇ ਨੇ, ਇਲੈਕਸ਼ਨ ਕਮਿਸ਼ਨ ਨੂੰ, ਔਰ ਹਿੰਦੁਸਤਾਨ ਦੇ ਇਲੈਕਸ਼ਨ ਕਮਿਸ਼ਨ ਨੂੰ ਵੀ ਚੀਟ ਕਰ ਰਹੇ ਨੇ, ਇਹ ਖਾਲਸਾ ਪੰਥ ਨੂੰ ਵੀ ਚੀਟ ਕਰ ਰਹੇ ਨੇ, ਇਹ ਸਿੱਖ ਸਾਈਕੀ ਹੈ ਜਿਹੜੀ ਉਹਨੂੰ ਵੀ ਚੀਟ ਕਰ ਰਹੇ ਨੇ, ਇਹ ਹੈ ਨਾ, ਸਾਰੇ ਸਿੱਖਾਂ ਨੂੰ ਚੀਟ ਕਰ ਰਹੇ ਨੇ। ਜਿਹੜਾ ਇੰਡੀਆ ਦਾ ਇਲੈਕਸ਼ਨ ਸਿਸਟਮ ਉਹਨੂੰ ਵੀ ਚੀਟ ਕਰ ਰਹੇ ਨੇ, ਕਈ ਕੁਝ ਕਰ ਰਹੇ। ਅੱਛਾ ਮੈਂ ਦੂਜਾ ਤੇ ਨਾਲ ਹੀ ਲੱਗਦੇ ਗੱਲ ਕਰਨਾ, ਦੂਜੀ ਤਰਾਸਦੀ ਇਹ ਆ ਕਿ ਸਰਦਾਰ ਪਾਲ ਸਿੰਘ ਪੁਰੇਵਾਲ, ਉਹ ਵੀ ਇਹ ਉਡੀਕਦੇ ਰਵਾਨਾ ਹੋ ਗਏ। ਉਹਨਾਂ ਦੇ ਬਣਾਏ ਕੈਲੰਡਰ ਦੁਨੀਆ ਭਰ ਚ ਮਾਨਤਾ, ਨਾ ਸਿਰਫ ਸਿੱਖ ਕੈਲੰਡਰ, ਨਾਨਕਸ਼ਾਹੀ ਕੈਲੰਡਰ ਦੀ, ਉਹਨਾਂ ਨੇ ਇਸਲਾਮੀ ਕੈਲੰਡਰ ਬਣਾਏ, ਬਹੁਤ ਕੁਝ ਕੀਤਾ ਸਾਰੇ ਲੋਕਾਂ ਨੇ। ਪਰ ਸਾਡੀ ਤਰਾਸਦੀ ਹੈ ਕਿ ਸਾਡੇ ਲੋਕ ਕਿਸੇ ਵਿਦਵਾਨ ਦਾ ਮੁੱਲ ਨਹੀਂ ਪਾਉਂਦੇ, ਉਹ ਵੀ ਇਸ ਉਡੀਕ ਵਿੱਚ ਇਸ ਦੁਨੀਆ ਤੋਂ ਰੁਖਸਤ ਹੋ ਗਏ ਕਿ ਮੇਰਾ ਕੰਮ ਜਿਹੜਾ ਉਹਨੂੰ ਰਿਕੋਗਨੀਸ਼ਨ ਮਿਲੂਗੀ। ਨਹੀਂ ਬਿਲਕੁਲ, ਦੇਖੋ ਤੁਸੀਂ, ਉਹ ਤਾਂ ਮੈਂ ਉਹਨਾਂ ਨੂੰ ਦੀ ਸਪਿਰਿਟ ਨੂੰ ਸ਼ਾਮ ਸਿੰਘ ਅਟਾਰੀ ਵਾਲਾ ਦੀ ਸਪਿਰਿਟ ਦੇ ਨਾਲ ਕੰਪੇਅਰ ਕਰਦੀ ਹੁੰਦੀ ਆ ਕਿ ਜਿਸ ਤਰ੍ਹਾਂ ਸ਼ਾਮ ਸਿੰਘ ਅਟਾਰੀ ਵਾਲਾ ਸਿੱਖ ਰਾਜ ਨੂੰ ਬਚਾਉਣ ਦੇ ਵਾਸਤੇ ਮਤਲਬ ਮਰਦੇ ਦਮ ਤੱਕ ਜੂਝਦੇ ਰਹੇ, ਬਜ਼ੁਰਗ ਅਵਸਥਾ ਵਿੱਚ ਵੀ ਨਿਕਲੇ ਲੜਾਈ ਲੜਨ, ਅਵਸਥਾ ਵਿੱਚ ਵੀ। ਤੇ ਉਸੇ ਤਰ੍ਹਾਂ ਪਾਲ ਸਿੰਘ ਪੁਰੇਵਾਲ ਨੇ ਇੰਨੀਆਂ ਇਹਨਾਂ ਨੂੰ ਚਿੱਠੀਆਂ ਲਿਖੀਆਂ, ਅਕਾਲ ਤਖਤ ਤੇ ਚਿੱਠੀਆਂ ਲਿਖੀਆਂ, ਜਾ ਕੇ ਮੁਲਾਕਾਤਾਂ ਕੀਤੀਆਂ, ਪਰ ਕਿਉਂਕਿ ਇਹਨਾਂ ਦੇ ਪੋਲੀਟੀਕਲ ਇੰਟਰਸਟ ਹੋਰ ਨੇ ਤੇ ਆਪਣਾ ਮਤਲਬ ਜਿਹੜੀ ਹੈਗੀ ਆ ਸਿੱਖ
ਧਰਮ ਦੀ ਕੋਈ ਅੱਡਰੀ ਹਸਤੀ ਹੈ, ਉਹਨਾਂ ਦਾ ਕੋਈ ਨਵੇਕਲਾ ਮਤਲਬ ਸਥਾਨ ਹੈ, ਉਹਦੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਇਸੇ ਕਰਕੇ ਮੈਂ ਕਹਿਣੀ ਹੈ ਕਿ ਜਿਹੜਾ SGPC ਦਾ ਮੈਂਬਰ ਬਣਦਾ, ਜਿਹਨੇ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣਾ, ਉਹਦਾ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨਾਲ ਤਾਲੁਕ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਇਲੈਕਸ਼ਨਾਂ ਲੜਨੀਆਂ ਜਾਂ ਉਹਨਾਂ ਦੇ ਮੈਂਬਰ ਹੋਣਾ ਬੰਦ ਹੋਣਾ ਚਾਹੀਦਾ ਹੈ, ਤਾਂ ਸੁਧਾਰ ਹੋ ਸਕਦਾ ਹੈ ਇਹ। ਬਿਲਕੁਲ। ਅੱਛਾ ਡਾਕਟਰ ਸਾਹਿਬ, ਆਪਾਂ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਈਏ ਕਿ ਅਸੀਂ ਕੋਈ ਬੀਬੀ ਜਗੀਰ ਕੌਰ ਦੇ ਸਪੋਰਟਰ ਨਹੀਂ ਆ, ਤੇ ਨਾ ਹੀ ਉਹਨਾਂ ਦੀ ਪੋਲੀਟੀਕਲ ਜਿਹੜੀ ਲਾਈਨ ਆ ਉਹਨੂੰ ਕੋਈ ਅਸੀਂ ਬਹੁਤ ਜ਼ਿਆਦਾ ਉਹਨੂੰ ਤਵੱਜੋ ਦਿੰਦੇ ਆ ਜਾਂ ਤਰਜੀਹ ਦਿੰਦੇ ਆ, ਕਿਉਂਕਿ ਉਹ ਵੀ ਇਸੇ ਹੀ ਗੰਦੇ ਸਿਸਟਮ ਦਾ ਲੰਬਾ ਸਮਾਂ ਪਾਰਟ ਰਹੇ ਨੇ। ਠੀਕ ਹੈ, ਡਾਕਟਰ ਸਾਹਿਬ ਕਹਿੰਦੇ ਨੇ ਕਿ ਉਹਨਾਂ ਨੇ ਚੰਗੇ ਕੰਮ ਕੀਤੇ ਆ, ਪਹਿਲੀ ਔਰਤ ਦੇ ਤੌਰ ਤੇ ਉਹਨਾਂ ਨੂੰ ਮਾਣ ਮਿਲਿਆ ਸੀਗਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਦਾ। ਉਹ ਬਹੁਤ ਸਾਰੇ ਕੰਮ ਸੀ ਜਿਹੜੇ ਔਰਤਾਂ ਦੇ ਹੱਕਾਂ ਦੀ ਲੰਬੇ ਸਮੇਂ ਤੋਂ ਲੜਾਈ ਲੜੀ ਜਾ ਰਹੀ, ਉਹਦੇ ਲਈ ਉਹ ਦਖਲ ਦੇ ਸਕਦੇ ਸੀ, ਜਿਹੜੇ ਉਹਨਾਂ ਨੇ ਨਹੀਂ ਦਿੱਤੇ। ਜਿਹੜੀਆਂ ਉਹਨਾਂ ਦੀਆਂ ਕਾਮਯਾਬੀਆਂ ਉਹ ਤੇ ਗਿਣਾਤੀਆਂ ਕਿ ਉਹਨਾਂ ਨੇ ਕੈਲੰਡਰ ਲਾਗੂ ਕਰਤਾ, ਕੁਝ ਚੀਜ਼ਾਂ ਹੋਰ ਤੇ ਉਹਨਾਂ ਨੇ ਚੰਗੇ ਕੰਮ ਕੀਤੇ, ਪਰ ਨਾਲ ਦੀ ਨਾਲ ਜੋ ਕੁਝ ਉਹ ਨਹੀਂ ਕਰ ਸਕੇ ਜਾਂ ਜੋ ਕੁਝ ਉਹਨਾਂ ਆਪਣਾ ਰੁਖ ਨਹੀਂ ਦਿਖਾਇਆ। ਹਾਲਾ ਮਾਸਟਰ ਤਾਰਾ ਸਿੰਘ ਦੀ ਬੇਟੀ ਬੀਬੀ ਰਜਿੰਦਰ ਕੌਰ ਵਰਗੀ ਲੇਡੀ, ਉਹ ਬਹੁਤ ਸਾਰੇ ਪੰਥਕ ਮੁੱਦੇ ਸਮੇਂ ਉਠਾਉਂਦੇ ਰਹੇ ਆ। ਮੈਂ ਉਹਨਾਂ ਦੀ ਪੋਲਿਟਿਕਸ ਨਾਲ ਚੱਲ ਨਹੀਂ, ਕਿਰਨਜੋਤ ਵੀ ਉਸੇ ਉਹਨਾਂ ਦੀ ਗੱਲ ਕਰ ਰਿਹਾ, ਰਜਿੰਦਰ ਕੌਰ ਦੀ ਬੇਟੀ ਦੀ ਗੱਲ ਕਰ, ਮੈਂ ਉਹਦੀ ਗੱਲ ਕਰਨਾ, ਮੈਂ ਕਹਿਣਾ ਉਹਨਾਂ ਦੀ 14 ਸੀ ਦੋਤੀ ਉਹਨਾਂ ਦੀ ਜੀ। ਹਾਂ, ਮਾਸਟਰ ਸਿੰਘ ਉਹ ਵੀ ਆ ਸਾਡੀ ਜਦੋਂ ਇਹ ਲਾਗੂ ਕੀਤਾ ਕੈਲੰਡਰ ਨਾਨਕਸ਼ਾਹੀ, ਦੋ ਹੀ ਲੇਡੀਜ਼ ਅਸੀਂ ਉਹਦੇ ਵਿੱਚ ਮੈਂਬਰ ਸੀਗੀਆਂ, ਮੈਂ ਤੇ ਕਿਰਨਜੋਤ ਕੌਰ। ਹਾਂਜੀ। ਅੱਛਾ, ਉਹਨਾਂ ਨੇ ਕਈ ਵਾਰ ਬਹੁਤ ਸਾਰੇ ਮਹੱਤਵਪੂਰਨ ਪੰਥਕ ਮੁੱਦੇ ਉਠਾਏ, ਪਰ ਉਹਨਾਂ ਨੂੰ ਵੀ ਇੱਕ ਸਾਈਡਲਾਈਨ ਕਰ ਦਿੱਤਾ ਜਾਂਦਾ, ਕਿਉਂਕਿ ਉਹਨਾਂ ਦੇ ਨਾਂ ਦੇ ਪਿੱਛੇ ਉਹਨਾਂ ਦੇ ਨਾਨਾ ਜੀ ਮਾਸਟਰ ਤਾਰਾ ਸਿੰਘ ਦਾ ਨਾਂ ਜੁੜਿਆ, ਸ਼ਾਇਦ ਇਸ ਕਰਕੇ ਉਹਨਾਂ ਨੂੰ ਕੋਈ ਇਦਾਂ ਦਾ ਬੇਇੱਜ਼ਤ ਕਰਕੇ ਨਹੀਂ ਕੱਢਿਆ ਗਿਆ। ਨਹੀਂ ਤੇ ਮੇਰੇ ਖਿਆਲ ਚ ਨਹੀਂ, ਦੇਖੋ ਪਹਿਲੀ ਗੱਲ ਤਾਂ ਕੁਝ ਵੀ ਹੋਵੇ, ਚਾਹੇ ਜਿੰਨਾ ਚਿਰ SGPC ਦੇ ਪ੍ਰਧਾਨ ਰਹੇ ਨੇ ਟੌੜਾ ਸਾਹਿਬ, ਇਹ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਨੇ ਇੱਕ ਵੀ ਪੈਸੇ ਦੀ ਬੇਈਮਾਨੀ ਨਹੀਂ ਕੀਤੀ ਕਦੇ, ਹਨਾ। ਉਹਨਾਂ ਦਾ ਘਰ ਜਾ ਕੇ ਦੇਖ ਲਓ, ਤੇ ਹੁਣ ਤੇ ਭਾਵੇਂ ਆਹ ਦੋਤੇ ਪੋਤਿਆਂ ਨੇ ਕੁਝ ਕਰ ਲਿਆ ਹੋਵੇ, ਤਾਂ ਉਹ ਜਿੰਨਾ ਚਿਰ ਉਹ ਜਿਉਂਦੇ ਰਹੇ ਨੇ ਉਹੋ ਹੀ ਉਹਨਾਂ ਦਾ ਮਤਲਬ ਰੈਣ ਬਸੇਰਾ ਸੀ, ਉਨੀ ਉਹਨਾਂ ਦੀ ਜ਼ਮੀਨ ਰਹੀ ਹੈ, ਕੋਈ ਵਧਾਈ ਨਹੀਂ ਉਹਨਾਂ ਨੇ। ਦੂਜੀ ਗੱਲ, ਉਹ ਪੰਥਕ ਕਾਰਜ ਨੇ ਜਿਹੜੇ ਉਹਨਾਂ ਤੇ ਉਹ ਪੂਰੀ ਤਰ੍ਹਾਂ ਪਹਿਰਾ ਦਿੰਦੇ ਸੀਗੇ, ਤੇ ਉਹ ਇੰਡੀਪੈਂਡੈਂਟ ਸੇਲ ਹੀ ਸੀ SGPC ਦੀ ਉਦੋਂ, ਹੈ ਨਾ। ਇਸੇ ਕਰਕੇ ਤਾਂ ਬਾਦਲ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਹੈਗੀ ਕਿ SGPC ਇੱਕ ਮਤਲਬ ਇੰਡੀਪੈਂਡੈਂਟ ਅਦਾਰਾ ਅਕਾਲੀ ਦਲ ਤੋਂ। ਹੁਣ ਤਾਂ ਦੇਖੋ SGPC ਦੇ ਫੰਡਸ ਵੀ ਨੇ ਜਿਹੜੇ ਉਹ ਵੀ ਅਕਾਲੀ ਦਲ ਲਈ ਵਰਤੇ ਜਾਂਦੇ, ਉਹਨਾਂ ਦੀ ਇਲੈਕਸ਼ਨ ਲਈ ਵਰਤੇ ਜਾਂਦੇ ਨੇ, ਅਕਾਲੀ ਦਲ ਦੀਆਂ ਕਾਨਫਰੰਸਾਂ ਹੁੰਦੀਆਂ ਉੱਥੇ ਵਰਤੇ ਜਾਂਦੇ, ਬਜਾਏ ਇਸ ਦੇ ਕਿ ਉਹ ਧਾਰਮਿਕ ਕਾਰਜਾਂ ਦੇ ਲਈ ਖਰਚ ਕੀਤੇ ਜਾਣ। ਤੇ ਇਹਨਾਂ ਨੇ ਫਿਰ ਸੁਖਦੇਵ ਸਿੰਘ ਭੌਰ, ਉਹ ਮਾੜੀ ਮੋਟੀ ਆਵਾਜ਼ ਉਠਾਉਂਦੇ ਸੀ, ਉਹਨੂੰ ਵੀ ਪਾਸੇ ਕੀਤਾ। ਮਤਲਬ ਜਿਹੜਾ ਵੀ ਕੋਈ, ਹੁਣ ਤੁਸੀਂ ਦੱਸੋ ਪਹਿਲਾਂ, ਇਹ ਸਾਰੀਆਂ ਕਮੇਟੀਆਂ ਭੰਗ ਕੀਤੀਆਂ ਹੋਈਆਂ ਨੇ, ਹੈ ਨਾ, ਤੇ ਅਨੁਸ਼ਾਸਨੀ ਕਮੇਟੀ ਕਿੱਥੋਂ ਆ ਗਈ? ਨਾਲੇ ਜੇ ਇਹ ਤੁਸੀਂ ਮਲੂਕਾ ਉਹਨਾਂ ਦੀ ਗੱਲ ਕਰ ਰਹੇ ਸੀ, ਉਹ ਅਕਾਲੀ ਦਲ ਦੇ ਡਿਸਪਲਿਨਰੀ ਕਮੇਟੀ ਦੇ ਨੇ, ਅਕਾਲੀ ਦਲ ਚੋਂ ਤਾਂ ਉਹ ਬੀਬੀ ਨੂੰ ਖਾਰਜ ਕਰ ਸਕਦੇ। SGPC ਦੀ ਮੈਂਬਰ ਨੂੰ ਹਟਾਉਣ ਵਾਲੇ ਉਹ ਕੌਣ ਹੁੰਦੇ ਨੇ, ਇਹ ਦੱਸੋ। ਨਹੀਂ, ਉਹਨਾਂ ਕਹਾ ਅਕਾਲੀ ਦਲ ਚੋਂ ਹੀ ਸਸਪੈਂਡ ਕੀਤਾ ਉਹਨਾਂ ਨੂੰ, ਵੈਸ ਕੀਤਾ ਤੇ ਉਹਨਾਂ ਅਕਾਲੀ ਦਲ ਚੋਂ ਸਸਪੈਂਡ ਆ, ਪਰ ਜਿਹੜੇ ਇਸ਼ੂ ਤੇ ਕੀਤਾ ਉਹ ਨਰੋਲ ਧਾਰਮਿਕ ਇਸ਼ੂ ਆ, ਉਹ ਧਾਰਮਿਕ ਇਸ਼ੂ ਨਹੀਂ ਹੈ, ਕੀਤੇ ਜਾਣੇ ਚਾਹੀਦਾ ਨਾ। ਅਕਾਲੀ ਦਲ ਦਾ ਕੀ ਤਾਲੁਕ ਹੋਇਆ SGPC ਦਾ ਮੈਂਬਰ ਹੋਣ ਦੇ ਨਾਲ, ਹੈ ਨਾ। ਜਿਹੜੀ ਮੇਰੀ ਲੜਾਈ ਇਹ ਨਹੀਂ ਹੈ ਵੀ ਮੈਂ ਬੀਬੀ ਜਗੀਰ ਕੌਰ ਦੇ ਬਹੁਤ ਹੱਕ ਜਾਂ ਉਹਨਾਂ ਨੂੰ ਸਪੋਰਟ ਕਰ ਰਹੀ ਹਾਂ। ਮੈਂ ਕਹਿੰਦੀ ਹਾਂ ਵੀ ਉਹਨਾਂ ਨੇ ਇੱਕ ਜਿਹੜਾ ਲੋਕਤੰਤਰੀ ਸਿਸਟਮ ਹੈ ਉਹਦੇ ਲਈ ਇੱਕ ਆਵਾਜ਼ ਉਠਾਈ ਹੈ ਉਹਨਾਂ ਨੇ, ਤੇ ਇਹ ਆਵਾਜ਼ ਕਿਉਂ ਦਬਣੀ ਚਾਹੀਦੀ ਹੈ? ਇਸ ਵੇਲੇ SGPC ਨੂੰ ਲੋਕਤੰਤਰੀ ਬਣਾਉਣ ਨੂੰ ਸਭ ਤੋਂ ਵੱਡੀ ਜ਼ਰੂਰਤ ਹੈ ਸਾਡੀ। ਇਹ ਮਤਲਬ ਜਿਹੜਾ ਨਿਗਾਰ, ਨਹੀਂ ਤਾਂ ਤੁਸੀਂ ਦੇਖੋ ਹੁਣ ਅਕਾਲੀ ਦਲ ਦਾ ਕੀ ਨਿਗਾਰ, ਕਿੰਨੇ ਮੈਂਬਰ ਜਿੱਤ ਸਕੇ ਨਹੀਂ ਜੀ ਐਤਕੀ, ਹੈ ਨਾ। ਪੰਜਾਬ ਦੀ ਇਹ ਰਿਪਰੈਜ਼ੈਂਟੇਟਿਵ ਪਾਰਟੀ ਸੀਗੀ, ਤੇ ਤਿੰਨ ਆਏ ਨੇ, ਕਿੰਨੇ ਆਏ ਨੇ? ਦੋ ਜੀ, ਇੱਕ ਉਹ ਵੀ ਬਸਪਾ ਦਾ, ਦੋ ਇਹਨਾਂ ਦੇ ਆਏ ਨੇ, ਤਿੰਨ ਆਏ ਨੇ। ਤੇ ਇਹ SGPC ਤੋਂ ਜਿਹੜੇ ਆਏ ਹੋਏ ਨੇ ਉਹ ਵੀ ਅਕਾਲੀ ਦਲ ਦੀ ਸੁਰ ਚ ਸੁਰ ਨਹੀਂ ਮਿਲਾ ਰਹੇ, ਨਹੀਂ ਸੁਰ ਮਿਲਾ ਰਹੇ ਹੈਗੇ, ਬਿਲਕੁਲ। ਹਾਂ, ਉਹਨਾਂ ਵਿੱਚੋਂ ਆਪਾਂ ਦੇਖੀਏ ਇੱਕ ਕਮੇਟੀ ਦੇ ਮੈਂਬਰ ਸੀਗੇ ਤੇ ਉਹਨਾਂ ਨੇ ਮਤਲਬ ਅਪੋਜ਼ ਕੀਤਾ ਇਹਨਾਂ ਨੂੰ, ਤੇ ਉਹਨਾਂ ਨੇ ਰਾਸ਼ਟਰਪਤੀ ਦੀ ਚੋਣ ਵੇਲੇ ਵੀ ਅਪੋਜ਼ ਕੀਤਾ। ਤੇ ਆ ਹੁਣ ਜੋ ਹਾਲ ਅਕਾਲੀ ਦਲ ਦਾ ਹੋਇਆ ਉਹੀ ਇਹ SGPC ਦਾ ਕਰਨਗੇ, ਉਹੀ ਸਾਰੇ ਪ੍ਰਬੰਧ ਦਾ ਕਰਨਗੇ। ਜਿਵੇਂ ਹੁਣ ਹਰਿਆਣੇ ਦੀ ਕਮੇਟੀ ਵੀ ਅਲੱਗ ਹੋਈ ਹੈ, ਉਹ ਕਿਉਂ ਅਲੱਗ ਹੋਈ ਹੈ ਜੀ? 16 ਮੈਂਬਰ ਉਹਨਾਂ ਦੇ ਹੁੰਦੇ ਆ, ਤੇ 16 ਮੈਂਬਰਾਂ ਦੀ ਉਹਨਾਂ ਦੀ ਕੋਈ ਸੇ ਸੀਗੀ, ਉਹ ਆਪਣੇ ਗੁਰਦੁਆਰਿਆਂ ਤੇ ਖਰਚ ਕਰਨ ਲਈ ਇੰਡੀਪੈਂਡੈਂਟ ਨਹੀਂ ਸੀਗੇ, ਉਹ ਆਪਣੀਆਂ ਇੰਸਟੀਟਿਊਸ਼ਨਸ ਚਲਾਉਣ ਲਈ ਇੰਡੀਪੈਂਡੈਂਟ ਨਹੀਂ ਸੀਗੇ, ਇਸ ਕਰਕੇ ਰਿਵੋਲਟ ਕੀਤਾ ਇਹਨਾਂ ਨੇ। ਨਹੀਂ ਤਾਂ ਕੀ ਲੋੜ ਪਈ ਸੀਗੀ? ਉਹ ਕਮੇਟੀ ਚਲੀ ਆਉਂਦੀ ਸੀ, ਚਲੀ ਆਉਣਾ ਸੀ। ਜੇ ਡਾਕਟਰ ਸਾਹਿਬ ਹੁਣ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਹਿਮਾਚਲ ਦੇ ਜਿਹੜੇ ਧਾਰਮਿਕ ਗੁਰਦੁਆਰਾ ਸਾਹਿਬ ਨੇ ਸਾਡੇ, ਪੌਂਟਾ ਸਾਹਿਬ ਵਗੈਰਾ, ਤਾਂ ਕਾਫੀ ਸਥਾਨ ਨੇ ਸਾਡੇ ਉੱਥੇ ਵੀ, ਔਰ JNK 'ਚ
ਜਿੱਥੇ ਜਿੱਥੇ ਅਸੀਂ ਇਫੈਕਟਿਵਲੀ ਕਿਤੇ ਕਿਤੇ ਹੈਗੇ ਆ, ਉਹ ਸਭ ਜਗ੍ਹਾ ਤੇ ਵੱਖਰੀਆਂ ਵੱਖਰੀਆਂ ਕਮੇਟੀਆਂ ਬਣਨਗੇ, ਉਹਦਾ ਆਧਾਰ ਬਣ ਗਿਆ, ਕਾਨੂੰਨੀ ਨੁਕਤੇ ਦਾ ਆਧਾਰ ਬਣ ਗਿਆ। ਇਹ ਹੋਣਾ ਵੀ ਚਾਹੀਦਾ। ਅੰਮ੍ਰਿਤਸਰ ਤੋਂ ਜਾ ਕੇ ਤੁਸੀਂ ਆਪਣਾ ਮਤਲਬ ਕੀ ਕਹਿੰਦੇ ਹੁੰਦੇ ਨੇ, ਕਲਕੱਤੇ ਜਾਓ ਜਾਂ ਮਤਲਬ ਜੰਮੂ ਕਸ਼ਮੀਰ ਜਾਓ, ਉੱਥੇ ਕਿਵੇਂ ਪ੍ਰਬੰਧ ਕਰ ਸਕਦੇ ਹੋ? ਪ੍ਰਬੰਧ ਤਾਂ ਲੋਕਲ ਬੰਦਿਆਂ ਨੂੰ ਕਰਨਾ ਚਾਹੀਦਾ, ਕਰਨਾ ਪੈਣਾ। ਪਰ ਡਾਕਟਰ ਸਾਹਿਬ, ਜੇ ਤੁਸੀਂ ਇੱਕ ਸੈਂਟਰਲ ਕਮੇਟੀ ਬਣਾਉਣੀ ਆ, ਜਿਵੇਂ ਹੁਣ ਇੱਥੇ ਹੁਣ ਫੈਡਰਲ ਸਿਸਟਮ ਹੈ। ਅੱਜ ਹੀ ਮੈਂ ਸੁਣ ਰਹੀ ਸੀ ਕਿ ਕਿਊਬਿਕ ਵਾਲਿਆਂ ਨੇ ਅੱਜ ਹੀ ਬਿਆਨ ਦਿੱਤਾ, ਅਪੋਜ਼ ਕਰ ਰਹੇ ਸੀ ਵੀ ਅਸੀਂ 50,000 ਤੋਂ ਵੱਧ ਜਿਹੜੇ ਇਮੀਗ੍ਰਾਂਟਸ ਨੇ ਉਹਨਾਂ ਨੂੰ ਨਹੀਂ ਚੱਲ ਸਕਦੇ, ਸਾਡੇ ਕੋਲ ਇੰਨਾ ਇਨਫਰਾਸਟ੍ਰਕਚਰ ਨਹੀਂ ਹੈ, ਤੇ ਫੈਡਰਲ ਗਵਰਨਮੈਂਟ ਨੂੰ ਸੋਚਣਾ ਚਾਹੀਦਾ। ਉਹ ਕਹਿੰਦੇ ਜਿਹੜੇ ਅੰਕੜੇ ਦੇ ਰਹੇ ਨੇ ਉਹਦੇ ਹਿਸਾਬ ਨਾਲ 1,15,000 ਸਾਡੇ ਹਿੱਸੇ ਆਉਂਦਾ, ਤੇ ਅਸੀਂ ਨਹੀਂ ਅਫੋਰਡ। 5 ਲੱਖ ਨਵੀਂ ਪਾਲਿਸੀ ਆ ਰਹੀ ਹੈ ਜੀ, 5 ਲੱਖ ਆ ਰਹੀ ਹੈ। ਫੈਡਰਲ ਸਿਸਟਮ ਦਾ ਮਤਲਬ ਇਹੀ ਹੁੰਦਾ ਕਿ ਜਿਹੜੇ ਲੋਕਲ ਬੰਦੇ ਨੇ ਉਹਨਾਂ ਦੀ ਆਪਣੀ ਸੇ ਹੈ, ਉਹਨਾਂ ਨੇ ਆਪਣੇ ਹਿਸਾਬ ਨਾਲ ਉੱਥੇ ਦੇਖਣਾ ਸਾਡੇ ਇੱਥੇ ਕੀ ਹੋਣਾ ਚਾਹੀਦਾ, ਕੀ ਨਹੀਂ ਹੋਣਾ ਚਾਹੀਦਾ। ਹਾਂ, ਸੈਂਟਰਲ ਕੇਂਦਰ ਹੋਵੇ, ਮਤਲਬ ਕੇਂਦਰੀ ਕਮੇਟੀ SGPC ਹੋਵੇ, ਉਹਨਾਂ ਦੀ ਨੂੰ ਸਲਾਹ ਮਸ਼ਵਰਾ ਕਰਨ ਲਈ, ਉਹਨਾਂ ਦੀ ਹੈਲਪ ਕਰਨ ਦੇ ਵਾਸਤੇ, ਪਰ ਜਿਹੜਾ ਉਹਨਾਂ ਨੇ ਗੋਲਕ ਤੇ ਕਬਜ਼ਾ ਨਾ ਹੋਵੇ। ਹਾਂ, ਗੋਲਕ ਤੇ ਕਬਜ਼ਾ ਨਾ ਹੋਵੇ। ਉਹ ਜਿਵੇਂ ਹੁਣ ਅਸਲ ਲੜਾਈ ਤੇ ਗੋਲਕ ਦੀ ਹੈ ਡਾਕਟਰ ਸਾਹਿਬ। ਨਹੀਂ, ਹੁਣ ਇੰਡੀਆ 'ਚ ਕੀ ਹੋ ਰਿਹਾ, ਆ GST ਜਿਹੜੀ ਹੈਗੀ ਹੈ ਜਾਂ ਜੋ ਵੀ ਹੈ ਪ੍ਰਬੰਧ, ਸਟੇਟ ਵਿਚਾਰੇ ਪਹਿਲਾਂ ਉਹਨਾਂ ਨੂੰ ਮਾਮਲਾ ਇਕੱਠਾ ਕਰਕੇ ਦਿੰਦੇ ਨੇ, ਫਿਰ ਉਹਨਾਂ ਅੱਗੇ ਭੀਖ ਮੰਗਦੇ ਨੇ, ਹਨਾ, ਪੰਜਾਬ ਨੂੰ ਨਹੀਂ ਹਿੱਸਾ ਮਿਲਦਾ ਕਦੇ GST ਦਾ। ਹਾਂ, ਜਿੱਥੇ ਜਿੱਥੇ ਇਹਦੀ BJP ਦੀ ਨਹੀਂ ਸਰਕਾਰ, ਉੱਥੇ ਉਹਨਾਂ ਨੂੰ ਫੰਡ ਨਹੀਂ ਪੂਰੇ ਮਿਲ ਰਹੇ। ਇਹ ਗਲਤ ਹੈ ਨਾ, ਇਹ ਫੈਡਰਲ ਸਿਸਟਮ ਤੇ ਨਾ ਹੋਇਆ ਹੈਗਾ, ਇਹ ਜ਼ਮਾਨਾ ਫੈਡਰਲ ਸਿਸਟਮ। ਡਾਕਟਰ ਸਾਹਿਬ, ਜਦੋਂ ਇੱਥੇ GST ਲਾਗੂ ਹੋਈ ਸੀ, ਸਟੇਟਾਂ ਕੋਲ ਪੁੱਛਿਆ ਗਿਆ, ਬਹੁਤ ਸਾਰੀਆਂ ਸਟੇਟਾਂ ਜਿਹੜੀਆਂ GST ਨਹੀਂ ਲਾਗੂ ਕੀਤੀ, BC 'ਚ ਨਹੀਂ ਲਾਗੂ ਅਜੇ ਵੀ GST, ਇੱਥੇ ਲਾਗੂ ਬਹੁਤ ਸਾਰੇ ਥਾਂ ਨਹੀਂ ਹੈਗੀ ਨਾ। ਇਹ ਹੁਣ ਕਰਤੇ ਅਸੀਂ ਧਾਰਮਿਕ ਗੱਲਾਂ ਨੇ, ਪਰ ਸਾਡਾ ਸਮਾਜ ਵੀ ਉਹ ਹੈਗਾ। ਹਾਂਜੀ, ਕਿਉਂਕਿ ਅਸੀਂ ਮਤਲਬ ਗੱਲ ਤੇ ਆ ਫੈਡਰਲ ਢਾਂਚੇ ਦੀ ਜਾਂ ਡੈਮੋਕ੍ਰੈਟਿਕ ਵੈਲਿਊਜ਼ ਦੀ ਗੱਲ ਕਰ ਰਹੇ ਅਸੀਂ। ਉਹੀ ਮੈਂ ਤੁਹਾਨੂੰ ਦੱਸ ਰਹੀ ਸੀ ਨਾ, ਹੁਣ ਮੇਰੀਆਂ ਭਤੀਜੀਆਂ ਉੱਥੇ ਕੈਲਗਰੀ ਰਹਿੰਦੀਆਂ, ਅਲਬਰਟਾ 'ਚ ਆ ਗਿਆ ਉਹ, ਹਨਾ, ਤੋਂ ਇੱਥੋਂ ਉਹਨਾਂ ਨੂੰ ਕੋਈ, ਮੇਰੀ ਸਿਸਟਰ ਗਏ ਗਿਫਟ ਲੈ ਕੇ ਗਏ, ਤੇ ਉਹ ਵਿਨਰਸ ਵਿੱਚੋਂ ਖਰੀਦੇ ਹੋਏ ਸੀਗੇ, ਨਾਲ ਉਹ ਰਸੀਦਾਂ ਲੈ ਗਏ ਵੀ ਜੇ ਭਾਈ ਤੁਸੀਂ ਕਿਸੇ ਨੂੰ ਨਾ ਫਿਟਿੰਗ ਆਵੇ, ਚੇਂਜ ਕਰਨਾ ਹੋਵੇ, ਕੁਝ ਵੀ ਕਰਨਾ ਹੋਵੇ, ਉਹ ਕਹਿੰਦੇ ਭੂਆ ਜੀ ਤੁਹਾਡੇ ਤੇ 11% ਹੈ ਉੱਥੇ ਟੈਕਸ, ਸਾਡੇ ਤਾਂ 5% ਲੱਗਣਾ ਵੀ। ਵਧੀਆ ਅਸੀਂ ਇੱਥੋਂ ਜੇ ਬਟਾਉਣੀਆਂ ਵੀ ਹੁਣ, ਮੇਰਾ ਮਤਲਬ ਵੀ ਇੱਥੇ ਹਰ ਸਟੇਟ ਦਾ ਆਪਣਾ ਸਿਸਟਮ ਹੈ ਨਾ, ਤੇ ਫੈਡਰਲ ਢਾਂਚਾ ਤਾਂ ਉਸੇ ਤਾਂ ਹੈ। ਟੈਕਸਸ ਦੇ ਮਾਮਲੇ ਦੇ ਵਿੱਚ ਤਾਂ ਖੈਰ ਸਟੇਟਾਂ 'ਚ ਉੱਥੇ ਵੀ ਕੁਝ ਅਧਿਕਾਰ ਹੈਗੇ, ਟੈਕਸ ਵੱਖਰੇ ਵੱਖਰੇ ਲੈਵਲ ਤੇ ਲੱਗੇ ਹੋਏ ਆ। ਇੱਕੋ ਨਹੀਂ ਨਿਕਲੇ GST ਦੀ ਨਹੀਂ, ਹੋਰ ਬਹੁਤ ਸਾਰੇ ਟੈਕਸ ਹੋਰ ਨੇ, ਹੋਰ ਵੀ ਹੈਗੇ, ਪਰ ਇਹ ਜਿਹਦਾ ਐਕਸਾਈਜ਼ ਡਿਊਟੀ ਆ, ਕੁਝ ਹੋਰ ਚੀਜ਼ਾਂ ਨੇ, ਜਿੰਨਾ ਇਹਨਾਂ ਦਾ ਹਿੱਸਾ ਬਣਦਾ ਉਹਨਾਂ ਨੂੰ ਦਿੱਤਾ ਨਹੀਂ ਨਾ। ਮੈਂ ਸਮਝਦਾ, ਉਹ ਤੁਹਾਡੀ ਗੱਲ ਬਿਲਕੁਲ ਠੀਕ ਆ। ਚਲੋ ਆਪਾਂ ਵਿਸ਼ੇ ਤੋਂ ਥੋੜੇ ਜਿਹਾ ਲਾਭ ਚੱਲ ਜਾਾਂਗੇ। ਅੱਛਾ ਡਾਕਟਰ ਸਾਹਿਬ, ਇੱਕ ਜਿਹੜਾ ਮੁੱਦਾ ਆਪਣਾ ਰਹਿ ਗਿਆ, ਸਮਾਂ ਆਪਣਾ ਉਹ ਚੱਲਿਆ, ਇਹ ਤਾਂ ਸ਼੍ਰੋਮਣੀ ਕਮੇਟੀ ਦੀ ਇੰਟਰਨਲ ਜੀ ਗੱਲ ਹੈ ਕਿ ਜਿਹੜੇ ਪਹਿਲਾਂ ਹੀ ਬਣੇ ਹੋਏ ਮੈਂਬਰ ਲੰਬੇ ਸਮੇਂ ਤੋਂ ਚੱਲੇ ਆ ਰਹੇ, ਜਿਹੜੀ ਜਨਰਲ ਹਾਊਸ ਦੀ ਇਲੈਕਸ਼ਨ ਆ, ਉਹ ਬੜੇ ਲੰਬੇ ਸਮੇਂ ਤੋਂ ਨਹੀਂ ਹੋਈ, ਕਿਉਂਕਿ ਕੇਂਦਰ 'ਚ ਭਾਈਵਾਲ ਸੀ, ਇਹ ਟਰਕਾਈ ਗਏ, ਬਿਲਕੁਲ ਜਾਣਬੁੱਝ ਕੇ ਟਰਕਾਏ ਇਹਨਾਂ ਨੇ ਤਾਂ ਕਿ ਅਸੀਂ ਹਿੱਲ ਨਾ ਸਕੀਏ ਇੱਥੋਂ। ਇਹ ਬਹਾਨਾ ਲਾਇਆ ਗਿਆ ਸਹਿਜਧਾਰੀ ਸਿੱਖਾਂ ਦੀਆਂ ਜਿਹੜੀਆਂ ਕੋਰਟ ਵਿੱਚ। ਉਹ ਗਲਤ ਸੀ। ਦੇਖੋ, ਸਹਿਜਧਾਰੀ ਸਿੱਖਾਂ ਦੀ ਵੋਟ ਬੰਦ ਕਰਨੀ ਉਹ ਬਿਲਕੁਲ ਹੀ ਗਲਤ ਡਿਸੀਜਨ ਸੀ। ਉਹਨਾਂ ਨੂੰ ਹੱਕ ਮਿਲਣਾ ਚਾਹੀਦਾ, ਤੇ ਕਿਉਂ ਨਹੀਂ ਮਿਲਣਾ ਚਾਹੀਦਾ? ਜਦੋਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਵੀ ਬੰਦਾ ਮੰਨਦਾ ਹੈ, ਉਹਨੂੰ ਹਰ ਇੱਕ ਨੂੰ ਵੋਟ ਪਾਉਣ ਦਾ ਹੱਕ ਹੋਣਾ ਚਾਹੀਦਾ। ਡਾਕਟਰ ਸਾਹਿਬ, ਥੋੜਾ ਜਿਹਾ ਸਹਿਜਧਾਰੀ ਜਦੋਂ ਸ਼ਬਦ ਆਪਾਂ ਵਰਤਦੇ ਆ, ਤੇ ਕਈਆਂ ਨੂੰ ਇਦਾਂ ਲੱਗਦਾ ਹੈ ਕਿ ਸਹਿਜਧਾਰੀ ਦੇ ਨਾਂ ਤੇ ਸ਼ਾਇਦ RSS ਵਾਲੇ ਜਾਂ ਕੋਈ ਮੋਨੇ ਕੋਨੇ ਲੋਕ ਆ ਕੇ ਸਾਡੇ ਗੁਰਦੁਆਰੇ ਦੇ ਕਾਬਜ ਹੋ ਜਾਣਗੇ। ਬਿਲਕੁਲ ਨਹੀਂ ਆ। ਅਸੀਂ ਜਿਹੜੇ ਪੂਰਨ ਸਿੱਖ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਸਾਰੇ ਸਹਿਜਧਾਰੀ ਦੀ ਕੈਟਾਗਰੀ 'ਚ ਹੀ ਹੋਣੇ। ਸਾਡੀ ਕੋਈ ਵੋਟ ਨਹੀਂ ਹੈਗੀ ਸ਼੍ਰੋਮਣੀ ਕਮੇਟੀ 'ਚ। ਅਸੀਂ ਗੁਰੂ ਘਰ ਜਾ ਕੇ ਗੋਲਕ 'ਚ ਤੇ ਪੈਸੇ ਪਾ ਸਕਦੇ ਆ, ਪਰ ਆਪਣਾ ਨੁਮਾਇੰਦਾ ਨਹੀਂ ਚੁਣ ਸਕਦੇ ਉੱਥੋਂ ਵਾਸਤੇ, ਤੇ ਨਾ ਹੀ ਉਹਦੇ ਪ੍ਰਬੰਧ 'ਚ ਕੋਈ ਦਖਲ ਦੇ ਸਕਦੇ। ਮੈਂ ਤੇ ਅੰਮ੍ਰਿਤਧਾਰੀ, ਮੇਰੀ ਵੀ ਵੋਟ ਕੱਟੀ ਗਈ ਸੀ, ਸਾਡੀ ਬਹੁਤ ਜਾਣੇ ਦੀ। ਅਸੀਂ ਪਿਛਲੀ ਵਾਰ ਜਦੋਂ ਉੱਥੇ ਇੰਡੀਆ ਸੀ, ਵੋਟ ਬਣਾਈ ਤੇ ਸਾਡੀ ਵੋਟ ਹੀ ਨਹੀਂ ਆਈ ਵਿੱਚ। ਇਹ ਆਪਣੀ ਮਰਜ਼ੀ ਨਾਲ, ਜਿੱਥੇ ਇਹਨਾਂ ਨੂੰ ਐਂ ਲੱਗਦਾ ਆ ਕਿਤੇ ਟੌੜਾ ਸਾਹਿਬ ਦਾ ਗਰੁੱਪ ਚੋਂ, ਆ ਫਲਾਣੇ ਗਰੁੱਪ ਤੋਂ ਉਹਨੂੰ ਵੋਟਾਂ ਘਟਾ ਦਿੰਦੇ ਨੇ ਆਪਣੀ ਮਰਜ਼ੀ ਦੇ ਨਾਲ। ਇਹ ਖੈਰ ਉਹ ਤੇ ਗੰਦੀ ਸਿਆਸਤ ਹਰ ਜਗ੍ਹਾ ਹੈ, ਗੁਰਦੁਆਰਿਆਂ 'ਚ ਗੰਦੀ ਸਿਆਸਤ ਜਿਹੜੀ ਨਹੀਂ ਕਰਨੀ। ਦੇਖੋ, ਧਾਰਮਿਕ ਸਥਾਨਾਂ ਤੇ ਨਹੀਂ ਆਉਣੀ ਚਾਹੀਦੀ ਹੈ ਗੰਦੀ ਸਿਆਸਤ। ਤੁਸੀਂ ਪੋਲੀਟੀਕਲ ਪਾਰਟੀਆਂ 'ਚ ਰੱਖੋ, ਉੱਥੇ ਜੋ ਮਰਜ਼ੀ ਕਰੋ, ਯੂ ਆਰ ਇੰਡੀਪੈਂਡੈਂਟ, ਬਟ ਜਿੱਥੋਂ ਤੱਕ ਗੁਰਦੁਆਰਿਆਂ ਦਾ ਪ੍ਰਬੰਧ ਹੈ, ਉਹਦਾ ਸਿੱਖਾਂ ਸਾਰਿਆਂ ਨਾਲ ਤਾਲੁਕ ਹੈ, ਉਹ ਸਾਫ਼ ਸੁਥਰਾ ਵੀ ਹੋਣਾ ਚਾਹੀਦਾ ਹੈ, ਪਾਰਦਰਸ਼ੀ ਵੀ ਹੋਣਾ ਚਾਹੀਦਾ। ਹੁਣ 360 ਸਰੂਪਾਂ ਦਾ ਰੌਲਾ ਹੈ, ਬੇਅਦਬੀਆਂ ਦਾ ਰੌਲਾ ਹੈ, ਕਿੰਨੇ ਰੌਲੇ ਨੇ, ਕੋਈ ਇਹਨਾਂ ਨੇ ਹੁਣ ਤੱਕ ਨਹੀਂ ਸੁਲਝਾਇਆ। ਤੇ ਹੁਣ ਉਹ ਜਿਹੜੇ ਕਰਮਚਾਰੀ ਸੀਗੇ ਉਹਦਾ ਮੁਅੱਤਲ ਕਰਤੇ, ਕੱਢ ਦਿੱਤੇ ਉਹ, ਹੈ ਨਾ। ਸਰੂਪ ਸਿੰਘ ਨੂੰ ਰਿਜ਼ਾਈਨ ਕਰਨਾ ਪੈ ਗਿਆ, ਪਰ ਜ਼ਿੰਮੇਵਾਰ ਤਾਂ ਇਹ ਨੇ ਨਾ, ਪ੍ਰਧਾਨਗੀ ਅਕਾਲੀ ਦਲ ਦੇ ਪ੍ਰਧਾਨ ਦੀ ਮਰਜ਼ੀ ਤੋਂ ਬਿਨਾਂ ਕਿੱਥੇ ਕੁਝ ਵੀ ਹੋ ਸਕਦਾ? ਨਹੀਂ ਹੋ ਸਕਦਾ ਹੈਗਾ, ਉਹ ਬਿਲਕੁਲ ਹੀ ਨਹੀਂ ਹੁੰਦਾ ਉਹ। ਅੱਛਾ ਡਾਕਟਰ ਸਾਹਿਬ, ਜਿਹੜੀ ਜਿਸ ਤਰ੍ਹਾਂ ਇਹ ਚੱਲ ਰਿਹਾ ਸਾਰਾ ਕੁਝ, ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਨੇ ਵੀ ਉਹ 'ਚ ਕੋਈ ਸਬਕ ਨਹੀਂ ਸਿੱਖਿਆ, ਆਪਣੀ ਨੀਤੀ 'ਚ ਕੋਈ ਤਬਦੀਲੀ ਨਹੀਂ ਕੀਤੀ। ਇੰਨੀ ਵੱਡੀ ਨਮੋਸ਼ੀ ਵਾਲੀ ਹਾਰ ਤੋਂ ਬਾਅਦ ਵੀ ਜਿਸ ਤਰੀਕੇ ਨਾਲ ਇਹ ਕੰਮ ਕਰ ਰਿਹਾ, ਮੈਂ ਪਿਛਲੇ ਦਿਨਾਂ ਕਿਸੇ ਜਰਨਲਿਸਟ ਦੀ ਗੱਲ ਸੁਣ ਰਿਹਾ ਸੀ,
ਉਹ ਕਹਿੰਦਾ 3-4 ਬੰਦੇ ਜਿਹੜੇ ਅਕਾਲੀ ਦਲ 'ਚ ਬੈਠੇ ਹੋਏ ਇਹਨਾਂ ਨੂੰ ਫੌਰੀ ਤੌਰ ਤੇ ਬਾਹਰ ਕੱਢ ਦੇਣਾ ਚਾਹੀਦਾ, ਤਾਂ ਹੀ ਅਕਾਲੀ ਦਲ ਦੀ ਹੋਂਦ ਬਚ ਸਕਦੀ ਆ। ਇਕੱਲੇ ਸੁਖਬੀਰ ਬਾਦਲ ਦੀ ਗੱਲ ਨਹੀਂ ਆ, ਕੁਝ ਇੱਕ ਚਾਪਲੂਸ ਟਾਈਪ ਇਹੋ ਜਿਹੇ ਲੋਕ ਆਲੇ ਦੁਆਲੇ ਇਕੱਠੇ ਹੋ ਜਾਂਦੇ ਆ ਜਿਹੜੇ ਉਹਨਾਂ ਨੂੰ ਕਹਿੰਦੇ ਮੱਤ ਮਾਰ ਦਿੰਦੇ ਆ, ਰਿਐਲਿਟੀ ਨਹੀਂ ਦਿਖਾਉਂਦੇ ਉਹਨਾਂ ਨੂੰ, ਹੈ ਨਾ, ਮੱਤ ਮਾਰ ਦਿੰਦੇ ਉਹਨਾਂ ਦੀ। ਤੁਸੀਂ ਕਿਤੇ ਮੱਤ ਮਾਰ ਦਿੰਦੇ ਆ। ਆਪਣਾ ਬਾਦਲ ਸਾਹਿਬ ਵੀ ਗੱਲ ਕਰ ਰਹੇ ਸੀ ਵੀ ਬਾਦਲ ਤੋਂ ਬਿਨਾਂ ਫਿਰ ਅਕਾਲੀ, ਮੈਂ ਕਿਹਾ ਟੁੱਟ ਜਾਵੇ ਫਿਰ ਅਕਾਲੀ ਦਲ, ਨਵੇਂ ਸਿਰੋਂ ਉੱਗੇ ਕਿਉਂ ਨਾ, ਬਾਦਲ ਤੋਂ ਬਗੈਰ ਬਾਦਲ ਤੋਂ ਬਿਨਾਂ ਫਿਰ ਹੋਰ ਕਿਹੜਾ ਹੋਊਗਾ, ਕੌਣ ਲੀਡਰ ਹੋਊਗਾ? ਮੈਂ ਕਿਹਾ ਨਹੀਂ, ਸਾਰੇ ਸਮੈਸ਼ ਹੋ ਜਾਣੇ ਚਾਹੀਦੇ ਨੇ, ਫਿਰ ਨਵਾਂ ਯੰਗ ਜਨਰੇਸ਼ਨ ਆਪਣੇ ਮਤਲਬ ਜਾਂ ਜਿਹੜੇ ਡਿਵੋਟਡ ਸਿੱਖ ਨੇ ਉਹ ਅੱਗੇ ਆਉਣਗੇ। ਕੁਛ ਨਹੀਂ ਹੁੰਦਾ। ਜਦੋਂ ਨਹਿਰੂ ਗਿਆ ਸੀ ਲੋਕ ਕਹਿੰਦੇ ਹਿੰਦੁਸਤਾਨ ਦਾ ਕੀ ਹੋਊਗਾ, ਸ਼ਾਸਤਰੀ ਗਿਆ, ਨਹਿਰੂ ਗਿਆ, ਇੰਦਰਾ ਗਈ, ਬਿਲਕੁਲ ਬਿਲਕੁਲ, ਮਨਮੋਹਨ ਸਿੰਘ ਗਏ, ਬੜੇ ਦਮਗਜੇ ਮਾਰਨ ਵਾਲੇ ਬੜੇ ਲੋਕ ਹੋਰ ਆਏ ਤੇ ਗਏ, ਕੰਮ ਸਾਰੇ ਚੱਲਦੇ ਰਹਿੰਦੇ ਆ। ਵਿਅਕਤੀ ਕੋਈ ਵਿਅਕਤੀ ਵਿਸ਼ੇਸ਼ ਦੀ ਕੋਈ ਅਹਿਮੀਅਤ ਨਹੀਂ ਹੁੰਦੀ, ਪਾਰਟੀਆਂ ਹੁੰਦੀਆਂ ਨੇ, ਸੰਸਥਾਵਾਂ ਵੱਡੀ ਚੀਜ਼ ਆ। ਔਰ ਖਾਸ ਕਰਕੇ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਦਖਲਅੰਦਾਜ਼ੀ ਆ, ਇਸ ਤਰ੍ਹਾਂ ਦੀ ਗੰਦੀ ਰਾਜਨੀਤੀ, ਉਹਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ, ਬੰਦ ਹੋਣੀ ਚਾਹੀਦੀ ਹੈ, ਟੋਟਲੀ ਬੰਦ ਹੋਣੀ ਚਾਹੀਦੀ ਹੈ ਇਹ। ਮੈਂ ਜੇ ਬੀਬੀ ਜਗੀਰ ਕੌਰ ਕਿਤੇ ਸੁਣਦੇ ਹੋਣ, ਮੈਂ ਉਹਨਾਂ ਨੂੰ ਮੈਸੇਜ ਦੇਣਾ ਚਾਹਾਂਗੀ ਇਹ ਕਿ ਤੁਹਾਨੂੰ ਹਰ ਹਾਲਤ ਦੇ ਵਿੱਚ ਇਲੈਕਸ਼ਨ ਲੜਨੀ ਚਾਹੀਦੀ ਹੈ, ਭਾਵੇਂ ਤੁਸੀਂ ਜਿੱਤੋ ਚਾਹੇ ਹਾਰੋ। ਇਹ ਆਪਣੇ ਨਹੀਂ, ਹੁਣ ਤੇ ਲਕੀਰ ਖਿੱਚੀ ਗਈ, ਹੁਣ ਤੇ ਲੜਨਗੇ ਤੇ ਹੱਕ ਦੀ ਗੱਲ ਹੈ ਇਹ ਕਿ ਕਿਉਂ ਨਾ ਲੜੀ ਜਾਵੇ ਇਲੈਕਸ਼ਨ, ਕਿਉਂ ਨਾ ਡੈਮੋਕ੍ਰੈਟਿਕ ਸਿਸਟਮ ਹੋਵੇ। ਉਹ ਇੱਕ ਸਿਸਟਮ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਬੀਬੀਆਂ ਨੂੰ ਵੀ ਰਿਪਰੈਜ਼ੈਂਟ ਕਰਦੇ ਨੇ ਤੇ ਇੱਕ ਸਿਸਟਮ ਨੂੰ ਵੀ ਰਿਪਰੈਜ਼ੈਂਟ ਕਰਦੇ ਕਿ ਡੈਮੋਕ੍ਰੇਟਾਈਜੇਸ਼ਨ ਹੋਣੀ ਚਾਹੀਦੀ ਹੈ, ਤੇ ਉਹ ਲੋਕਤੰਤਰੀ ਜਿਹੜੀ ਸਪਿਰਿਟ ਹੈ ਸਿੱਖੀ ਦੀ ਉਹਨੂੰ ਕਾਇਮ ਰੱਖਣ ਦੇ ਵਾਸਤੇ ਉਹਨਾਂ ਨੂੰ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ ਤੇ ਇਲੈਕਸ਼ਨ ਲੜਨੀ ਚਾਹੀਦੀ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਡਾਕਟਰ ਸਾਹਿਬ। ਤੇ ਪਰ ਨਾਲ ਦੀ ਨਾਲ ਇਹ ਵੀ ਹੈ ਕਿ ਜਿਹੜਾ ਵੀ ਵਿਅਕਤੀ ਦੁਬਾਰਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣੇ, ਭਾਵੇਂ ਬੀਬੀ ਜਗੀਰ ਕੌਰ ਬਣ ਜਾਂ ਜਿਹੜੇ ਧਾਮੀ ਸਾਹਿਬ ਉਹ ਬਣ ਜਾਂ ਕਿਸੇ ਹੋਰ ਨੂੰ ਮੌਕਾ ਮਿਲ ਜੇ, ਉਹਨੂੰ ਪੰਥ ਨੂੰ ਤਰਜੀਹ ਦੇਣੀ ਚਾਹੀਦੀ ਆ, ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਨੂੰ, ਨਾ ਕਿਸੇ ਪਾਰਟੀ ਨੂੰ। ਸ਼੍ਰੋਮਣੀ ਕਮੇਟੀ ਅਕਾਲੀ ਦਲ ਦੀ ਇੱਕ ਬਾਡੀ ਨਹੀਂ ਹੈ। ਸ਼੍ਰੋਮਣੀ ਕਮੇਟੀ ਇੱਕ ਧਾਰਮਿਕ ਸੰਸਥਾ ਹੈ, ਗੁਰਦੁਆਰਿਆਂ ਦੇ ਪ੍ਰਬੰਧ ਲਈ ਲੱਖਾਂ ਕੁਰਬਾਨੀਆਂ ਤੋਂ ਬਾਅਦ ਬਣੀ ਹੋਈ ਸੰਸਥਾ। ਚਾਬੀਆਂ ਦੇ ਮੋਰਚੇ ਨੂੰ ਯਾਦ ਕਰ ਲਈਏ ਤੇ ਯਾਦ ਕਰ ਲਈਏ ਨਨਕਾਣਾ ਸਾਹਿਬ ਵਾਲਾ ਸਾਕਾ, ਯਾਦ ਕਰ ਲਈਏ ਗੁਰੂ ਕੇ ਬਾਗ ਵਾਲਾ ਸਾਕਾ। ਸ਼੍ਰੋਮਣੀ ਕਮੇਟੀ ਐਵੇਂ ਨਹੀਂ ਗਣੀ ਕਿ ਬਾਦਲਾਂ ਨੂੰ ਇੰਨੇ ਅਖਤਿਆਰ ਮਿਲ ਜਾਣ ਕਿ ਉਹ ਆਪਣੀ ਲਿਫਾਫੇ ਚੋਂ ਪ੍ਰਧਾਨ ਵੀ ਕੱਢ ਲੈਣ ਤੇ ਐਗਜ਼ੈਕਟਿਵ ਵੀ ਕੱਢ ਲੈਣ ਤੇ ਆਪਣੀ ਮਰਜ਼ੀ ਦੇ ਬੰਦਿਆਂ ਨੂੰ ਉਹ ਅਹੁਦੇ ਦੇ ਕੇ ਨਵਾਜਣ, ਤੇ ਅੱਗੇ ਚੱਲ ਕੇ ਡਾਕਟਰ ਸਾਹਿਬ ਫਿਰ ਮੈਨੇਜਰ ਲਾਉਣ ਦਾ ਕੰਮ, ਇੰਸਪੈਕਟਰ ਲਾਉਣ ਦਾ ਕੰਮ, ਹਰ ਥਾਂ ਦਾ ਗੋਰਖ ਧੰਦਾ ਹੈ ਤੇ ਗੋਰਖ ਧੰਦਾ ਬੰਦ ਹੋਣਾ ਚਾਹੀਦਾ। ਸਿੱਖ ਪੰਥ ਨੂੰ ਇਕੱਠੇ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਆ। ਜਿਹੜੀ ਇਹ ਇਲੈਕਸ਼ਨ ਹੈ ਇਹ ਤੇ ਹੋ ਜਾਣੀ ਆ, ਇਹ ਤੋਂ ਗਾਂ ਲੜਾਈ ਚੱਲਦੀ ਰਹੇਗੀ ਔਰ ਚੱਲਦੀ ਰਹਿਣੀ ਚਾਹੀਦੀ ਹੈ। ਇਹਦੀ ਲੋਕਤੰਤਰੀ ਜਿਹੜਾ ਸਿਸਟਮ ਹੈ ਉਹਨੂੰ ਐਸਟੈਬਲਿਸ਼ ਕਰਨ ਦੇ ਵਾਸਤੇ, ਉਹਦੀ ਸਥਾਪਤੀ ਵਾਸਤੇ ਸਾਰਿਆਂ ਨੂੰ ਯਤਨ ਕਰਨਾ ਚਾਹੀਦਾ ਹੈ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਹਾਡਾ ਧੰਨਵਾਦ ਜੀ। ਵਾਹਿਗੁਰੂ ਜੀ ਕੀ ਫਤਿਹ ਜੀ।